ਸਾਹਿਬ ਜੀ। ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੋਗ ਚਾਰੇ। ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪਹਿ ਕਰੋ ਬਿਨੰਤੀ। ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰ ਦੇਵੈ ਪਤ ਮਤੀ। ਲਾਜ ਮਰੰਤੀ ਮਰ ਗਈ, ਘੂੰਘਟ ਖੋੜ ਚੱਲੀ। ਸਾਸ ਦੀਵਾਨੀ ਬਾਵਰੀ, ਸਿਰ ਤੇ ਸ਼ੰਕ ਟਲੀ। ਪ੍ਰੇਮ ਬੁਲਾਈ ਰਲੀ ਸਿਉ, ਮਨ ਮਹਿ ਸ਼ਬਦ ਆਨੰਦ। ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਪ੍ਰੇਮ ਬੁਲਾਈ ਰਲੀ ਸਿਉ, ਮਨ ਮਹਿ ਸ਼ਬਦ ਆਨੰਦ। ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਤਿਕਾਰ ਨਾਲ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਰਾਮਕਲੀ ਰਾਗ ਵਿੱਚ, ਜਿਸ ਦਾ ਨਾਮ ਓੰਕਾਰ ਹੈ, ਉਸ ਬਾਣੀ ਦਾ 11ਵਾਂ ਤੇ 12ਵਾਂ ਬੰਦ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ 11 ਨੰਬਰ ਬੰਦ ਦੇ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੋਗ ਚਾਰੇ। ਰੋਸ ਦਾ ਅਰਥ ਹੈ ਜੋੜ ਤੋੜ ਲੈਣਾ, ਸੰਬੰਧ ਤੋੜ ਲੈਣਾ, ਅਜੋੜ ਹੋ ਜਾਣਾ, ਪਾਸਾ ਵੱਟ ਲੈਣਾ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸਮਝਾਉਂਦੇ ਨੇ, ਹੇ ਮਨੁੱਖ, ਹੇ ਪ੍ਰਾਣੀ, ਆਪਣੇ ਅੰਦਰ ਦਾ ਜੋ ਰੱਬ ਨਾਲ ਜੋੜ ਹੈ, ਜੋ ਸਾਂਝ ਹੈ, ਉਸ ਨੂੰ ਤੋੜ ਨਾ, ਭਾਵ ਉਸ ਰੱਬ ਤੋਂ ਦੂਰੀ ਨਾ ਬਣਾ। ਸਗੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਪੀ। ਰੋਸ ਨਾ ਕੀਜੈ ਅੰਮ੍ਰਿਤ ਪੀਜੈ। ਉਹ ਅਕਾਲ ਪੁਰਖ ਵਾਹਿਗੁਰੂ ਮਿੱਠ ਬੋਲੜਾ ਹੈ। ਉਸ ਦੇ ਮਿਲਾਪ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬੜੀ ਪ੍ਰੇਮਮਈ ਬੇਨਤੀ, ਇਹ ਸ਼ਬਦ ਭਗਤ ਰਵਿਦਾਸ ਜੀ ਦਾ ਹੈ, ਜੋ ਪੰਕਤੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ। ਹਉ ਬਲ ਬਲ ਜਾਉ ਰਮਈਆ ਕਾਰਨੇ। ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਕਰਤੱਵ ਤੋਂ, ਤੇਰੀ ਕਰਨੀ ਤੋਂ, ਤੇਰੇ ਗੁਣਾਂ ਤੋਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਕਿਹੜਾ ਕਾਰਨ ਹੈ, ਕੀ ਵਜ੍ਹਾ ਹੈ? ਅਬੋਲ ਦਾ ਅਰਥ ਹੈ ਵੀ ਤੇਰਾ ਮੇਰੇ ਨਾਲ ਬੋਲ ਵੀ ਸਾਂਝਾ ਨਹੀਂ। ਬੋਲ ਸਾਂਝਾ ਹੋਣ ਦਾ ਮਤਲਬ ਹੈ, ਬੋਲ ਚਾਲ ਹੋਣ ਦਾ ਮਤਲਬ ਹੈ ਵੀ ਸਾਂਝ ਪੱਕੀ ਹੈ।
ਜਿੱਥੇ ਬੋਲ ਚਾਲ ਨਹੀਂ ਸਮਝੋ ਸਾਂਝ ਟੁੱਟ ਗਈ। ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਇਹ ਤਾਂ ਮੈਂ ਨਹੀਂ ਜਾਣਦਾ ਕਿ ਮੇਰੀ ਜ਼ਿੰਦਗੀ 'ਚ ਕੀ ਕਾਰਨ ਬਣੇ ਨੇ। ਮੈਂ ਬੜਾ ਅਗਿਆਨੀ ਹਾਂ, ਬੇਸਮਝ ਹਾਂ, ਆਪਣੇ ਕੀਤੇ ਨੂੰ ਭੁੱਲ ਜਾਣ ਵਾਲਾ ਹਾਂ। ਆਪਣੇ ਔਗਣ ਮੈਂ ਚੇਤੇ ਨਹੀਂ ਰੱਖਦਾ, ਉਹਨਾਂ ਨੂੰ ਸੁਧਾਰਦਾ ਨਹੀਂ। ਪਤਾ ਨਹੀਂ ਕੀ ਵਜ੍ਹਾ ਹੋਏਗੀ ਵੀ ਤੇਰੇ ਨਾਲ ਮੇਰੀ ਸਾਂਝ ਟੁੱਟ ਗਈ ਏ, ਪਰ ਮੈਨੂੰ ਗੁਰੂ ਨੇ, ਸਤ ਸੰਗਤ ਨੇ ਸੋਝੀ ਦਿੱਤੀ ਵੀ ਉਸ ਵਾਹਿਗੁਰੂ ਦੇ ਕਰਤੱਵ, ਉਹਦੇ ਗੁਣਾਂ ਤੋਂ ਸਦਕੇ ਜਾ, ਤਾਂ ਉਹਦੇ ਨਾਲ ਤੇਰੀ ਸਾਂਝ ਬਣੇਗੀ। ਗੁਰੂ ਮਹਾਰਾਜ ਮਨੁੱਖ ਦੇ ਮਨ ਨੂੰ ਸਮਝਾਉਂਦੇ ਨੇ, ਹੇ ਮਨ ਤੂੰ ਰੋਸ ਵਿੱਚ ਹੈ, ਤੂੰ ਸਾਂਝ ਤੋੜ ਰੱਖੀ ਹੈ ਉਸ ਅਕਾਲ ਪੁਰਖ ਦੇ ਨਾਲ, ਉਹ ਤਾਂ ਤੇਰੇ ਅੰਦਰ ਹੈ। ਰੋਸ ਨਾ ਕੀਜੈ, ਤੂੰ ਸਗੋਂ ਰੋਸ ਨਾ ਕਰ, ਸਗੋਂ ਕਰਨਾ ਕੀ ਹੈ, ਅੰਮ੍ਰਿਤ ਪੀਜੈ। ਉਸ ਅਕਾਲ ਪੁਰਖ ਦੇ ਗੁਣਾਂ ਦਾ ਅੰਮ੍ਰਿਤ ਪੀ। ਅੰਮ੍ਰਿਤ ਸ਼ਬਦ ਦੇ 13 ਕੁ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੌਜੂਦ ਨੇ। ਨਾਮ ਨੂੰ ਅੰਮ੍ਰਿਤ ਕਿਹਾ, ਸ਼ਬਦ ਨੂੰ ਅੰਮ੍ਰਿਤ ਕਿਹਾ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਸਤਿਗੁਰੂ ਦੀ ਬਾਣੀ ਦੇ ਅੰਦਰ ਮਿੱਠਾ ਬੋਲਣ ਨੂੰ ਅੰਮ੍ਰਿਤ ਕਿਹਾ। ਅੰਮ੍ਰਿਤ ਬੋਲੇ ਸਦਾ ਮੁਖ ਵੈਣੀ। ਪਵਿੱਤਰ ਨਜ਼ਰ ਨਾਲ, ਪਵਿੱਤਰ ਦ੍ਰਿਸ਼ਟੀਕੋਣ ਨਾਲ, ਭੇਦ ਭਾਵ ਤੋਂ, ਨਫ਼ਰਤ ਤੋਂ ਬਿਨਾਂ ਵੇਖਣਾ, ਉਸ ਨੂੰ ਆਖਿਆ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਸਤਿਗੁਰੂ ਸੱਚੇ ਪਾਤਸ਼ਾਹ ਉੱਤਮ ਬੋਲਾਂ ਨੂੰ ਵੀ ਅੰਮ੍ਰਿਤ ਆਖਦੇ ਨੇ, ਦੁੱਧ ਨੂੰ ਅੰਮ੍ਰਿਤ ਆਖਦੇ ਨੇ, 36 ਪ੍ਰਕਾਰ ਦੇ ਪਕਵਾਨਾਂ ਨੂੰ ਅੰਮ੍ਰਿਤ ਆਖਿਆ ਬਾਣੀ ਦੇ ਅੰਦਰ। ਸਤਿਗੁਰੂ ਇੱਕ ਜਗ੍ਹਾ ਤੇ ਕਹਿੰਦੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਉੱਥੇ ਸਵਾਦਲੇ, ਸਵਾਦ ਦੇ ਅਰਥਾਂ ਵਿੱਚ ਅੰਮ੍ਰਿਤ ਸ਼ਬਦ ਵਰਤਿਆ। ਉੱਥੇ ਅੰਮ੍ਰਿਤ ਦਾ ਅਰਥ ਹੈ ਸਵਾਦ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇਂ, ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਉੱਥੇ ਦੁੱਧ ਵਾਸਤੇ ਅੰਮ੍ਰਿਤ ਸ਼ਬਦ ਆਇਆ। 13 ਕ ਅਰਥ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਦੇ। ਪਰ ਇੱਥੇ ਜੋ ਅੰਮ੍ਰਿਤ ਸ਼ਬਦ ਵਰਤਿਆ, ਵੈਸੇ ਗੁਰੂਦੇਵ ਨੇ ਨਿਰਣਾ ਬਾਣੀ ਦੇ ਅੰਦਰ ਕਰ ਦਿੱਤਾ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਤੇ ਉੱਤਰ ਵੀ ਦਿੱਤਾ ਵੀ ਉਹ ਅੰਮ੍ਰਿਤ ਕਿੱਥੇ ਹੈ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਵੀ ਉਹ ਸਾਡੇ ਭੀਤਰ ਹੈ, ਜਿਸ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਵੀ ਉਹ ਨਾਮ ਅੰਮ੍ਰਿਤ ਤੇਰੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ, ਬਾਹਰ ਉਹਨੂੰ ਖੋਜਣ ਦੀ ਕੋਸ਼ਿਸ਼ ਯਤਨ ਨਾ ਕਰ। ਭਾਵ ਤੇਰੇ ਮਨ ਦੇ ਅੰਦਰ ਹੀ ਰੱਬ ਦੇ ਗੁਣਾਂ ਦਾ ਸੰਗ੍ਰਹਿ ਇਕੱਠਾ ਹੈ। ਉਸ ਨੂੰ ਆਪਣੇ ਅੰਦਰੋਂ ਪੜਤਾਲ, ਅੰਦਰੋਂ ਲੱਭ, ਅੰਦਰੋਂ ਜਾਣ। ਸੋ ਗੁਰੂਦੇਵ ਬਾਣੀ ਦੇ ਅੰਦਰ ਨਾਮ ਅੰਮ੍ਰਿਤ ਦੀ ਗੱਲ ਕਰਦੇ ਨੇ, ਜੋ ਸ੍ਰੇਸ਼ਟ ਅੰਮ੍ਰਿਤ ਹੈ। ਮਹਾਰਾਜ ਆਖਦੇ ਨੇ ਆਪਣਾ ਇਹ ਅਜੋੜ, ਆਪਣੀ ਜੋ ਤੂੰ ਸਾਂਝ ਉਸ ਸੱਚ ਪ੍ਰਮਾਤਮਾ ਨਾਲੋਂ ਤੋੜ ਰੱਖੀਏ, ਉਹ ਕਦੋਂ ਜੁੜੇਗੀ? ਜਦੋਂ ਤੂੰ ਉਹਦੇ ਗੁਣਾਂ ਦਾ, ਉਹਦੀ ਸਿਫਤ ਦਾ ਅੰਮ੍ਰਿਤ ਪੀਵੇਂਗਾ। ਰੋਸ ਨਾ ਕੀਜੈ, ਅੰਮ੍ਰਿਤ ਪੀਜੈ। ਤੇ ਯਾਦ ਰੱਖ, ਤੇਰੀ ਜ਼ਿੰਦਗੀ ਜਿਹਦੇ ਉੱਤੇ ਤੂੰ ਮਾਣ ਕਰਦਾ ਹੈ, ਗਰੂਰ ਕਰਦਾ ਹੈ, ਤੇ ਜਿਸ ਜ਼ਿੰਦਗੀ ਦੇ ਅੰਦਰ ਵਿਕਾਰਾਂ ਨੂੰ ਭੋਗਣ ਵਾਸਤੇ ਦਿਨ ਰਾਤ ਤੂੰ ਇੱਕ ਕੀਤਾ ਪਿਆ, ਤੇ ਜਿਸ ਕਰਕੇ ਤੇਰੀ ਸਾਂਝ ਅਕਾਲ ਪੁਰਖ ਵਾਹਿਗੁਰੂ ਦੇ ਨਾਲੋਂ ਟੁੱਟੀ ਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਯਾਦ ਰੱਖ, ਰਹਿਣ ਨਹੀਂ ਸੰਸਾਰੇ। ਇਸ ਸੰਸਾਰ ਦੇ ਅੰਦਰ ਤੂੰ ਸਦਾ ਨਹੀਂ ਰਹਿਣਾ। ਇਹ ਸੰਸਾਰ ਦਾ ਸਾਰਾ ਪਸਾਰਾ ਨਾਸ਼ਵੰਤ ਹੈ, ਚਲਾਏਮਾਨ ਹੈ, ਅਖੀਰ ਤੂੰ ਨਾਸ਼ ਹੋ ਜਾਣਾ ਹੈ। ਇੱਥੇ ਤੇਰਾ ਸਦਾ ਪੱਕਾ ਵਾਸਤੇ ਟਿਕਾਣਾ ਨਹੀਂ। ਗੁਰੂ ਸਾਹਿਬ ਕੋਈ ਸਾਨੂੰ ਮੌਤ ਦਾ ਭੈ ਦੇ ਕੇ ਕੋਈ ਐਸਾ ਕਾਰਜ ਨਹੀਂ ਕਰਵਾਉਣਾ ਚਾਹੁੰਦੇ। ਮੌਤ ਚੇਤੇ ਕਰਾਉਣ ਦਾ ਅਰਥ, ਕਿਉਂਕਿ ਮੌਤ ਕੁਦਰਤ ਦੀ ਇੱਕ ਸਚਾਈ ਹੈ, ਇੱਕ ਸੱਚ ਸਾਡੇ ਸਾਹਮਣੇ ਰੱਖ ਕੇ ਮਹਾਰਾਜ ਉਹਨੂੰ ਚੇਤੇ ਕਰਵਾਉਂਦੇ ਨੇ ਤੇ ਪ੍ਰੇਰਨਾ ਕਰਦੇ ਨੇ। ਜੀਵਨ ਦਾ ਸਮਾਂ ਹੁਣ ਤੇਰੇ ਕੋਲ ਜਿਹੜਾ, ਇਹਨੂੰ ਦੁਰਲੱਭ ਸਮਝੇ, ਇਹਨੂੰ ਕੀਮਤੀ ਸਮਝੇ, ਇਹਨੂੰ ਅਜਾਈ ਨਾ ਗਵਾ। ਇਸ ਜ਼ਿੰਦਗੀ ਦੀ ਖੇਡ ਨੂੰ ਹਾਰ ਕੇ ਨਾ ਜਾਈ, ਜਿੱਤ ਕੇ ਜਾਈ। ਤੂੰ ਸਦਾ ਤੇ ਇੱਥੇ ਬੈਠੇ ਨਹੀਂ ਰਹਿਣਾ, ਪਰ ਜਿੰਨਾ ਕੁ ਵੀ ਸਮਾਂ ਤੈਨੂੰ ਬਖਸ਼ਿਸ਼ ਰੂਪ ਵਿੱਚ ਜੀਵਨ ਦਾ ਮਿਲਿਆ, ਉਸ ਜੀਵਨ ਦੇ ਅੰਦਰ ਕੁਝ ਤੂੰ ਚੰਗਾ ਕਰ, ਕੁਝ ਉਦਮ ਕਰ, ਕੁਝ ਨੇਕੀ ਖੱਟ, ਕੁਝ ਭਲਾ ਕਰ। ਜਿਹੜਾ ਜੀਵਨ ਦਾ ਅਸਲ ਵਿਹਾਰ ਹੈ ਉਹ ਕਰਨਾ ਸਿੱਖ। ਤੂੰ ਸਦਾ ਤੇ ਸੰਸਾਰ ਉੱਤੇ ਸਦੀਵ ਕਾਲ ਰਹਿ ਨਹੀਂ ਸਕਦਾ। ਇਸ ਕਰਕੇ ਜਿੰਨਾ ਚਿਰ ਹੈ, ਜਿੰਨਾ ਕੁ ਸਮਾਂ ਤੇਰੇ ਕੋਲ ਹੈ, ਇਹ ਸੇ ਤੇਰਾ ਅਵਸਰ, ਇਹ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ। ਆਪਣੇ ਮਨ ਅੰਦਰ ਵਿਚਾਰ ਕਰਕੇ ਵੇਖ, ਇਹੋ ਹੀ ਤੇਰੇ ਕੋਲ ਸਮਾਂ ਹੈ। ਇਸ ਸਮੇਂ ਦੇ ਅੰਦਰ ਤੂੰ ਜਿੱਤ ਵੀ ਸਕਦਾ ਹੈ, ਤੂੰ ਹਾਰ ਵੀ ਸਕਦਾ ਹੈ। ਇਸ ਸਮੇਂ ਨੂੰ ਤੂੰ ਪਾਪ ਕਰਕੇ ਵੀ ਹੰਢਾਏਗਾ, ਨੇਕੀ ਕਰਕੇ ਵੀ ਜੀ ਸਕਦਾ ਹੈ। ਇਸ ਸਮੇਂ ਦੇ ਅੰਦਰ ਤੂੰ
ਧਰਮ ਵੀ ਕਮਾ ਸਕਦਾ ਹੈ, ਅਧਰਮੀ ਵੀ ਬਣ ਸਕਦਾ ਹੈ। ਇਸ ਦੁਰਲੱਭ ਸਮੇਂ ਨੂੰ, ਕੀਮਤੀ ਸਮੇਂ ਨੂੰ ਸੰਭਾਲਣ ਦਾ ਯਤਨ ਕਰ। ਸ਼ੇਖ ਫਰੀਦ ਸਾਹਿਬ ਜੀ ਦਾ ਇੱਕ ਸ਼ਬਦ ਬੜਾ ਕੀਮਤੀ, ਉਹ ਕਹਿੰਦੇ ਨੇ, ਜਦੋਂ ਨਦੀ ਪਾਰ ਕਰਵਾਉਣ ਵਾਲਾ, ਜਿਸ ਦੀ ਨੌਕਰੀ, ਪੇਸ਼ਾ, ਕੰਮ, ਕਰਤੱਵ, ਡਿਊਟੀ ਹੁੰਦੀ ਏ, ਬੇੜੀ ਚਲਾਉਣ ਵਾਲਾ, ਉਹ ਬੇੜੀ ਚਲਾਉਣ ਵਾਲਾ ਜਦੋਂ ਆਪਣੇ ਘਰ ਨੂੰ ਜਾਣ ਲੱਗਦਾ ਹੈ ਤਾਂ ਬੇੜੀ ਕੰਢੇ ਦੇ ਉੱਤੇ ਕਿਸੇ ਚੀਜ਼ ਨਾਲ ਉਹਦਾ ਰੱਸਾ ਖਿੱਚ ਕੇ, ਸੰਗਲ ਖਿੱਚ ਕੇ ਉਹਨੂੰ ਬੰਨ੍ਹ ਜਾਂਦਾ ਹੈ। ਤੇ ਜਦੋਂ ਉਹ ਬੇੜੀ ਚਲਾਉਣ ਵਾਲਾ ਮਲਾਹ ਵਾਪਸ ਆਉਂਦਾ ਹੈ, ਉਥੋਂ ਬੇੜੀ ਨੂੰ ਖੋਲ ਕੇ ਫਿਰ ਉਹਦੇ 'ਚ ਸਵਾਰੀਆਂ ਬਿਠਾ ਕੇ ਫਿਰ ਉਹ ਦੂਸਰੇ ਕੰਢੇ ਤੇ ਉਹਨਾਂ ਨੂੰ ਪਹੁੰਚਾਉਂਦਾ ਹੈ। ਉਹ ਮਲਾਹ ਇੱਕ ਦਿਨ ਬੇੜੀ ਬੰਨਣੀ ਭੁੱਲ ਗਿਆ। ਜਦੋਂ ਬੇੜੀ ਨਾ ਬੰਨੀ ਤੇ ਕੀ ਹੋਇਆ ਕਿ ਦਰਿਆ ਦੇ ਵਿੱਚ ਪਾਣੀ ਚੜ੍ਹਦਾ ਹੈ, ਛੱਲਾਂ ਆਉਂਦੀਆਂ ਨੇ, ਤੇ ਬੇੜੀ ਨੂੰ ਰੋੜ ਕੇ ਉਹ ਛੱਲਾਂ, ਉਹ ਚੜਿਆ ਹੋਇਆ ਪਾਣੀ ਜਿਹੜਾ ਸੀ, ਬੇੜੀ ਰੋੜ ਕੇ ਲੈ ਗਿਆ। ਹੁਣ ਜਦੋਂ ਬੇੜੀ ਹੀ ਨਹੀਂ ਤੇ ਪਾਰ ਕਿਵੇਂ ਲੰਘਣਾ? ਜਿਹੜਾ ਸਾਧਨ ਹੈ ਨਾ, ਸਾਧਨ ਹੀ ਗਵਾ ਲਿਆ। ਜਿਸ ਸਾਧਨ ਨਾਲ ਮੰਜ਼ਿਲ ਤੇ ਪਹੁੰਚਣਾ, ਉਹ ਸਾਧਨ ਹੀ ਹੈ ਨਹੀਂ, ਸਾਧਨ ਹੀ ਹੱਥੋਂ ਗਵਾਚ ਗਿਆ, ਸਾਧਨ ਦੀ ਸੰਭਾਲ ਨਹੀਂ ਕੀਤੀ। ਹੁਣ ਕੰਢੇ ਉੱਤੇ ਖੜਾ ਵੇਖਦਾ ਵੀ ਕੀ ਕਰਾਂ, ਸਵਾਰੀਆਂ ਨੇ ਵੀ ਪਾਰ ਜਾਣਾ, ਮੈਂ ਵੀ ਪਾਰ ਜਾਣਾ, ਪਰ ਜਿਹੜਾ ਸਾਧਨ ਸੀ ਪਾਰ ਹੋਣ ਦਾ, ਜਿਹੜੀ ਸਹੂਲਤ ਸੀ ਸਾਡੇ ਕੋਲ, ਉਹ ਤੇ ਗਵਾਚ ਗਈ, ਉਹਦੀ ਤੇ ਸੰਭਾਲ ਨਹੀਂ ਹੋਈ। ਸ਼ੇਖ ਫਰੀਦ ਸਾਹਿਬ ਆਖਦੇ, ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇੜਾ। ਉਹ ਚੰਦ ਮਿੰਟ ਸਨ, ਜੇ ਸੰਭਾਲ ਲੈ ਜਾਂਦੇ ਤੇ ਸਾਧਨ ਬਚਿਆ ਰਹਿੰਦਾ। ਉਹ ਚੰਦ ਮਿੰਟ ਕੁਤਾਈ ਕੀ ਕੀਤੀ, ਸਾਧਨ ਨੂੰ ਪਾਣੀ ਰੋੜ ਕੇ ਲੈ ਗਿਆ। ਜਿਹੜੀ ਇੱਕ ਸਹੂਲਤ ਕੋਲ ਸੀ, ਉਹ ਵੀ ਖਤਮ ਹੋ ਗਈ। ਇਹ ਗੱਲ ਕਰਕੇ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਸਮਝਾਇਆ ਹੈ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਤੇ ਨਤੀਜਾ ਕੀ ਕੱਢਿਆ, ਹੱਥ ਨਾ ਲਾਏ ਕਸੁੰਭੜੈ ਜਲ ਜਾਸੀ ਢੋਲਾ। ਕਹਿਣ ਲੱਗੇ, ਬੰਦਿਆ, ਤੇਰੀ ਜ਼ਿੰਦਗੀ ਦਾ ਸਮਾਂ ਵੀ ਬੜਾ ਕੀਮਤੀ ਏ, ਸਰੀਰ ਦਾ ਸਾਧਨ ਤੈਨੂੰ ਮਿਲਿਆ ਹੋਇਆ, ਇਸ ਸਹੂਲਤ ਨੂੰ ਸੰਭਾਲ, ਕਿਤੇ ਖੁੰਝ ਨਾ ਜਾਈਂ। ਜੇ ਤੂੰ ਖੁੰਝ ਗਿਆ, ਜੇ ਇਹ ਸਹੂਲਤ, ਇਹ ਸਾਧਨ ਤੇਰੇ ਹੱਥੋਂ ਨਿਕਲ ਗਿਆ, ਫਿਰ ਬੜਾ ਔਖਾ ਕੰਮ ਹੈ। ਫਿਰ ਤਾਂ ਜ਼ਿੰਦਗੀ ਦਾ ਮਕਸਦ, ਜ਼ਿੰਦਗੀ ਦਾ ਅਰਥ ਹੀ ਕੋਈ ਨਾ ਰਹਿ ਗਿਆ। ਕਿਉਂਕਿ ਜਿਹੜੀ ਸਹੂਲਤ ਇੱਕ ਰੱਬ ਨੇ ਦਿੱਤੀ ਹੈ ਨਾ, ਵੇਖੋ ਕਮਾਲ ਦੀ ਗੱਲ ਹੈ, ਮਨੁੱਖ ਇਸ ਗੱਲ ਨੂੰ ਭੁੱਲਿਆ ਹੋਇਆ ਵੀ ਅਕਾਲ ਪੁਰਖ ਵਾਹਿਗੁਰੂ ਨੇ ਆ ਸਰੀਰ ਦਾ ਕਿੱਡਾ ਸੋਹਣਾ ਸਾਧਨ, ਕਿੱਡੀ ਵਧੀਆ ਸਹੂਲਤ ਸਾਨੂੰ ਦਿੱਤੀ। ਆ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਨਾ, ਨੇਕ ਪੁਰਖਾਂ ਨੂੰ ਇਤਿਹਾਸ ਵਿੱਚ, ਉਹ ਵੀ 5 ਤੱਤ ਦੇ ਪੁਤਲੇ, ਸਾਡੇ ਵਰਗਾ ਹੀ ਉਹਨਾਂ ਦਾ ਸਰੀਰ ਸੀ, ਕੁਝ ਵੱਖਰਾ ਨਹੀਂ ਸੀ। ਉਹਨਾਂ ਦਾ ਸਰੀਰ ਵੀ ਸਾਡੇ ਵਰਗਾ ਹੀ ਸੀ, ਇਹੋ ਹੱਡੀਆਂ ਸਨ, ਇਹੋ ਮਾਸ, ਇਹੋ ਲਹੂ ਤੇ ਮਿੱਝ। ਉਹਨਾਂ ਦੇ ਸਰੀਰ ਦਾ ਜਿਹੜਾ ਮਟੀਰੀਅਲ, ਉਹ ਵੀ ਉਹੋ ਹੀ ਸੀ ਜਿਹੜਾ ਸਾਡਾ ਹੈ। ਪਰ ਉਹਨਾਂ ਨੂੰ ਅਸੀਂ ਯਾਦ ਕਿਉਂ ਕਰਦੇ ਹਾਂ? ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਖੁੰਝਾਇਆ ਨਹੀਂ, ਉਹਨੂੰ ਵਰਤਿਆ, ਉਹਦੀ ਸਵਰਤੋਂ ਕੀਤੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਬਹਾਨੇਬਾਜ਼ੀਆਂ ਨਹੀਂ ਕੀਤੀਆਂ। ਅਸੀਂ ਤੇ ਬਹਾਨਾ ਕਰਦੇ ਹਾਂ ਨਾ, ਕੋਈ ਨਹੀਂ, ਕਰ ਲਵਾਂਗੇ ਨੇਕ ਕੰਮ। ਵੈਸੇ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕਿਹਾ ਹੈ, ਸਹਿਸਕ੍ਰਿਤੀ ਸ਼ਲੋਕਾਂ ਚੋਂ ਕਹਿੰਦੇ ਨੇ ਕਿ ਜੇ ਤਾਂ ਤੈਨੂੰ ਕੋਈ ਮਾੜੀ ਸਲਾਹ ਦੇਵੇ ਨਾ, ਮਾੜੀ, ਇੱਕ ਜ਼ਿੰਦਗੀ ਦਾ ਬੰਦਾ ਅਸੂਲ ਪੈਟਰਨ ਹੀ ਚੁਣਨਾ ਹੁੰਦਾ ਹੈ, ਵੀ ਜੇ ਤੈਨੂੰ ਕੋਈ ਮਾੜੀ ਸਲਾਹ ਦੇਵੇ ਵੀ ਐਂ ਕਰ, ਤੇ ਉਹਨੂੰ ਸੋਚ ਵਿਚਾਰ ਕਰ, ਆਲਿਓਂ ਦੁਆਲਿਓਂ ਪੁੱਛ, ਉਹਦੇ ਉੱਤੇ ਘੋਖ ਕਰ, ਤੇ ਉਹ ਕੰਮ ਦੇ ਵਿੱਚ ਜਿੰਨੀ ਦੇਰੀ ਹੁੰਦੀ ਜਾਏਗੀ, ਚੰਗੀ ਸਲਾਹ ਵੀ ਮਿਲ ਸਕਦੀ ਹੈ ਕਿਤੋਂ। ਸੋਚਦਿਆਂ ਆਖਰ ਮਨ ਮੰਨ ਜਾਏਗਾ ਵੀ ਨਹੀਂ, ਇਹ ਕੰਮ ਕਰਨ ਯੋਗ ਨਹੀਂ। ਤੇ ਜੇ ਹੋਵੇ ਨਾ ਨੇਕ ਕੰਮ, ਚੰਗਾ ਕੰਮ ਕਰਨ ਵਾਲਾ, ਕੋਈ ਭਲੇ ਦਾ ਕੰਮ ਕਰਨ ਵਾਲਾ, ਕੋਈ ਉੱਤਮ ਕੰਮ, ਜੀਵਨ ਨੂੰ ਸਵਾਰ ਦੇਣ ਵਾਲਾ, ਕਹਿਣ ਲੱਗੇ ਉਹਦੇ ਚ ਦੇਰੀ ਨਾ ਕਰੀ, ਉਹ ਸਮਾਂ ਖੁੰਝਾਈ ਨਾ, ਬਹਾਨਾ ਨਾ ਕਰੀ, ਬਸ ਉਹਨੂੰ ਕਰ ਛੱਡ। ਨੈ ਵਿਲੰਬ ਧਰਮੰ ਵਿਲੰਬ ਪਾਪੰ। ਵਿਲੰਬ ਕਹਿੰਦੇ ਨੇ ਦੇਰੀ ਨੂੰ, ਸਮਾਂ ਟਰਕਾ ਦੇਣਾ, ਦੇਰੀ ਕਰ ਦੇਣੀ। ਕਹਿਣ ਲੱਗੇ ਨੇਕ ਕੰਮ ਵਿੱਚ ਦੇਰੀ ਨਹੀਂ ਤੇ ਬੁਰੇ ਕੰਮ ਵਿੱਚ ਦੇਰੀ ਕਰੋ। ਨਹਿ ਵਿਲੰਬ ਧਰਮੰ ਵਿਲੰਬ ਪਾਪੰ। ਆਖਦੇ ਨੇ ਜੋ ਮਾੜਾ ਕਰਮ ਹੈ ਉਹਦੇ ਵਿੱਚ ਦੇਰੀ ਕਰੋ, ਸੋਚੋ, ਘੋਖੋ, ਪੁੱਛੋ, ਜਾਣੋ, ਸਮਾਂ ਵੀ ਲੰਘ ਜਾਏਗਾ, ਮਨ ਦੀ ਹਾਲਤ ਵੀ ਬਦਲ ਜਾਏਗੀ। ਜੁਗਤ ਹੈ ਨਾ, ਜੀਵਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਹੀ ਰਾਹ ਦੇ ਉੱਤੇ ਲਿਆਉਣ ਦਾ ਇੱਕ ਤਰੀਕਾ ਹੈ। ਪਰ ਮਨੁੱਖ ਦਾ ਸੁਭਾਅ ਇਸ ਤੋਂ ਉਲਟਾ ਹੈ। ਚੰਗਿਆਈ ਆਲਕ ਕਰੇ, ਨੇਕ ਕੰਮ ਕਰਨਾ ਬੜਾ ਆਲਸ ਹੈ, ਕਰ ਲਵਾਂਗੇ, ਸੋਚਦੇ ਹਾਂ, ਹੋ ਜਾਏਗਾ।
ਸਤਿਗੁਰੂ ਆਖਦੇ ਫਿਰ ਇਸ ਆਲਸ ਦੇ ਵਿੱਚ ਸ਼ਬਦ ਵਰਤੇ ਗੁਰੂ ਨੇ, ਮਨਮੁਖ ਕਉ ਆਲਸ ਘਣੋ। ਜਿਹੜਾ ਮਨਮੁਖ ਹੈ ਨਾ, ਉਹਦੇ ਪੱਲੇ ਆਲਸ ਹੀ ਆਲਸ ਹੁੰਦਾ, ਉਦਮ ਨਹੀਂ ਹੁੰਦਾ। ਸਾਰੀ ਜ਼ਿੰਦਗੀ ਆਲਸ ਵਿੱਚ ਹੀ ਕੱਢਦਾ, ਹੋ ਜਾਏਗਾ, ਕਰ ਲਵਾਂਗੇ, ਵੇਖਦੇ ਹਾਂ, ਸੋਚਦੇ ਹਾਂ। ਗੁਰੂ ਸਾਹਿਬ ਕਹਿੰਦੇ ਇਹਨਾਂ ਕੰਮਾਂ ਦੇ ਵਿੱਚ ਹੀ ਸਮਾਂ ਲੰਘਾਈ ਜਾਂਦਾ, ਕਿਉਂਕਿ ਮਨੋਂ ਤਿਆਰ ਨਹੀਂ ਹੁੰਦਾ। ਔਰ ਸਮਾਂ ਲੰਘਾ ਦਿੱਤਾ, ਖੁੰਝਾ ਦਿੱਤਾ, ਬਸ ਗੱਲ ਖਤਮ ਹੋ ਗਈ। ਤੋ ਸੰਸਾਰ ਵਿੱਚ ਬਹੁਤ ਲੋਕ ਐਸੇ ਹਨ ਜਿਹੜੇ ਹਰ ਚੰਗੇ ਕੰਮ ਨੂੰ ਬਹਾਨਾ ਕਰਨਗੇ। ਕਰਦੇ ਆਂ, ਸੋਚਦੇ ਆਂ, ਵੇਖਦੇ ਆਂ, ਪੁੱਛਦੇ ਆਂ, ਵਿਚਾਰ ਕਰਦੇ ਆਂ, ਸਮਾਂ ਟਰਕਾਈ ਜਾਂਦੇ ਨੇ। ਜਦੋਂ ਸਮਾਂ ਲੰਘ ਗਿਆ, ਬਸ ਗੱਲ ਮੁੱਕ ਗਈ। ਵਕਤ ਸਮਾਂ ਸੰਭਾਲਿਆ ਨਹੀਂ ਗਿਆ, ਉਹਦੀ ਸਵਰਤੋਂ ਨਹੀਂ ਕੀਤੀ ਗਈ, ਕਿਉਂਕਿ ਕਮੀ ਸੀ ਨਾ ਜੀਵਨ ਦੇ ਅੰਦਰ, ਦ੍ਰਿੜਤਾ ਨਹੀਂ। ਸਮਾਂ ਤਾਂ ਹੀ ਲੰਘਦਾ ਹੈ, ਆਲਸ ਤਾਂ ਆਉਂਦਾ, ਦ੍ਰਿੜਤਾ ਨਾ ਹੋਵੇ, ਭਲੇ ਪ੍ਰਪੱਕ ਨਾ ਹੋਵੇ ਬੰਦਾ ਵੀ ਕਰਨਾ। ਜਦੋਂ ਦ੍ਰਿੜ ਨਹੀਂ, ਦੁਬਦਾ ਚ ਹੈ, ਉਸ ਵੇਲੇ ਸਮਾਂ ਲੰਘਾਉਂਦਾ ਹੈ। ਗੁਰੂ ਸਾਹਿਬ ਬਾਣੀ ਦੇ ਵਿੱਚ ਆਖਦੇ ਨੇ, ਨੇਕ ਕੰਮ ਵਿੱਚ ਦੇਰੀ ਨਹੀਂ, ਬੁਰੇ ਕੰਮ ਦੀ ਸਲਾਹ ਮਿਲੇ ਕਿ ਇਹ ਕਰਨਾ ਚਾਹੀਦਾ, ਮਨ ਚ ਖਿਆਲ ਉੱਠੇ ਤੇ ਪੁੱਛੋ, ਸੋਚੋ, ਵਿਚਾਰੋ, ਤਾਂ ਕਿ ਉਹ ਸਮਾਂ ਲੰਘ ਜਾਏ। ਪਰ ਗੁਰੂ ਸਾਹਿਬ ਆਖਦੇ ਨੇ ਮਨਮੁਖ ਦੇ ਪੱਲੇ ਤੇ ਆਲਸ ਹੀ ਆਲਸ ਹੈ। ਉਹ ਆਲਸ ਕਰਦੇ ਆ, ਦਰਿਦਰੀ ਜਿਹਾ ਬਣਿਆ। ਸਤਿਗੁਰੂ ਆਖਦੇ ਸਮਾਂ ਲੰਘਾਉਂਦਾ ਰਹਿੰਦਾ ਹੈ। ਔਰ ਗੁਰੂ ਸਾਹਿਬ ਕਹਿੰਦੇ ਚੰਗਿਆਈ ਆਲਕ ਕਰੇ, ਨੇਕ ਕੰਮ ਕਰਨਾ ਤੇ ਬੜਾ ਆਲਸ ਵਿਆਪਦਾ ਹੈ। ਬੁਰਿਆਈ ਹੋਏ ਸ਼ੇਰ, ਬੁਰਾ ਕੰਮ ਕਰਨਾ ਹੈ ਤੇ ਸ਼ੇਰ ਵਰਗੀ ਤਾਕਤ ਹੈ, ਜੁੱਸਾ ਅੰਦਰ, ਸਮਰੱਥਾ ਹੈ, ਸਾਧਨ ਵੀ ਪੈਦਾ ਕਰ ਲੈਂਦਾ ਹੈ। ਬੁਰੇ ਕੰਮ ਲਈ ਸਾਧਨ ਵੀ ਪੈਦਾ ਕਰ ਲੈ। ਨੇਕ ਕੰਮ ਵਾਸਤੇ ਮੇਰੇ ਕੋਲ ਆ ਨਹੀਂ ਜੀ, ਮੈਂ ਇਹ ਨਹੀਂ ਕਰ ਸਕਦਾ, ਕਿਵੇਂ ਕਰਾਂ, ਬੜਾ ਔਖਾ ਹੈ, ਕੋਈ ਸਾਥ ਨਹੀਂ ਦਿੰਦਾ, ਇਹ ਸਾਰਾ ਕੁਝ। ਬੁਰੇ ਕੰਮ ਕਰਨ ਵਾਸਤੇ ਤੇ ਜੋਟੀ ਵੀ ਚੰਗੀ ਬਣਾ ਲੈਂਦਾ ਹੈ, ਭਾਵੇਂ ਕਿਤੋਂ ਵੀ ਬਣਾਉਣੀ ਪਵੇ। ਮਨ ਦਾ ਸੁਭਾਅ ਹੈ ਨਾ। ਇਹਦਾ ਭਾਵ ਹੈ ਜੀਵਨ ਵਿੱਚ ਨੇਕੀ ਵਾਲੇ ਪੱਖੋਂ ਆਲਸ ਹੈ, ਨੇਕੀ ਵਾਲੇ ਪੱਖੋਂ ਬੰਦਾ ਢਹਿੰਦੀ ਕਲਾ ਵਿੱਚ ਹੈ, ਉਥੇ ਦ੍ਰਿੜਤਾ ਨਹੀਂ, ਪ੍ਰਪੱਕ ਨਹੀਂ ਜੀਵਨ। ਇਸ ਕਰਕੇ ਹਰ ਬੁਰਾ ਕੰਮ ਸਿਰੇ ਚੜ ਜਾਂਦਾ ਹੈ, ਚੰਗਾ ਕੰਮ ਅਟਕ ਜਾਂਦਾ ਹੈ। ਉਥੇ ਪ੍ਰੋਬਲਮ ਕੋਈ ਨਾ ਕੋਈ ਖੜੀ ਹੈ ਜੀਵਨ ਦੇ ਅੰਦਰ। ਸਤਿਗੁਰੂ ਜੀ ਆਖਦੇ ਮਨਮੁਖ ਕਉ ਆਲਸ ਘਣੋ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਇੱਕ ਸ਼ਬਦ ਹੋਰ ਹੈ ਮਹਾਰਾਜ ਦੀ ਬਾਣੀ ਵਿੱਚ, ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਸੋਇਆ। ਨੇਕ ਕੰਮ ਸੀ, ਆਲਸ ਵਿਆਪ ਗਿਆ। ਬੁਰਾ ਕੰਮ ਸੀ, ਉੱਠ ਕੇ ਤਿਆਰ ਬਰ ਤਿਆਰ ਹੈ ਵੀ ਹੁਣੇ ਹੀ ਕਰਦੇ ਆ। ਤਾਂ ਕਰਦੀ ਹੈ ਨਾ ਦੁਨੀਆ। ਆਨੰਦ ਕਾਰਜ ਹੀ ਹੋਵੇ, ਤੁਸੀਂ ਵੇਖੋ ਸਭ ਕੁਝ ਐਨ ਫਿਕਸ ਹੈ। ਸਾਰੇ ਸਾਧਨ ਵੀ ਨੇ, ਸਮਾਂ ਵੀ ਹੈ, ਸਭ ਕੁਝ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਉਣਗੇ, ਸਮੇਂ ਦੀ ਚਿੰਤਾ ਲੱਗ ਜਾਏਗੀ, ਸਮਾਂ ਹੀ ਨਹੀਂ ਹੈ, ਬੜਾ ਔਖਾ ਹੈ। ਪਹਿਲੇ ਤਾਂ ਆਉਣਗੇ ਹੀ ਐਵੇਂ ਵੀ ਜਿਵੇਂ ਗੁਰੂ ਉਹਨਾਂ ਦਾ ਨੌਕਰ ਹੈ। ਉਹ ਸਮਝਦੇ ਨੇ ਅਸੀਂ ਗੁਰੂ ਤੇ ਅਹਿਸਾਨ ਕਰਦੇ ਹਾਂ, ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕਰਕੇ, ਜੇ ਅਸੀਂ ਨਾ ਆਈਏ ਤੇ ਗੁਰੂ ਦਾ ਵਿਚਾਰਾ ਵਿਹਲਾ ਹੀ ਰਹਿ ਜਾਏ। ਅਹਿਸਾਨ ਕਰਦੇ ਨੇ। ਉਹ ਸਮਝਦੇ ਨੇ ਵੀ ਸਾਡੀ ਕੋਈ ਲੋੜ ਨਹੀਂ, ਗੁਰੂ ਦੀ ਲੋੜ ਹੈ। ਇਹ ਭਰਮ ਪਾੜ ਲਿਆ ਆਪਣੇ ਮਨ ਅੰਦਰ। ਸੋ ਸਾਰੇ ਕੰਮ ਨੇ। ਨਸ਼ਾ ਪੀਣ ਵਾਸਤੇ ਪੂਰੀ ਵਿਉਂਤਬੰਦੀ ਪਹਿਲੋਂ ਹੈ, ਪੈਸਾ ਵੀ ਖਰਚ ਹੋਇਆ, ਸਮਾਂ ਵੀ ਲਾਇਆ, ਸਭ ਕੁਝ ਹੈ, ਹਰ ਸਹੂਲਤਾਂ ਸਾਧਨ ਜੁਟਾਏ, ਬਾਕੀ ਸਭ ਕੰਮ ਕਰ ਛੱਡੇ। ਇੱਥੇ 10 ਮਿੰਟ ਬਹਿਣਾ ਬੜਾ ਭਾਰੂ ਲੱਗਦਾ, ਬੜਾ ਹੀ ਔਖਾ ਲੱਗਦਾ। ਜਿਵੇਂ ਸਜ਼ਾ ਦਿੱਤੀ ਗਈ ਹੋਵੇ ਨਾ, ਤੇ ਬੰਦਾ ਸਜ਼ਾ ਲੰਘਾਉਂਦਾ, ਟਪਾਉਂਦਾ ਕਿਸੇ ਤਰ੍ਹਾਂ। ਇਸ ਤਰ੍ਹਾਂ ਦਾ ਵਿਹਾਰ ਹੈ। ਸਿੱਖ ਪਰਿਵਾਰਾਂ ਦੀ ਗੱਲ ਕਰ ਰਿਹਾ, ਸਿੱਖ ਪਰਿਵਾਰਾਂ ਦੀ। ਹੁਣ ਕਾਰਨ ਕੀ ਹੈ ਵੀ ਜਿੱਥੇ ਤਾਂ ਤੁਸੀਂ ਰਿਸ਼ਤਾ ਜੋੜਨ ਲੱਗੇ ਹੋ, ਜਿੱਥੇ ਤਾਂ ਸਹੀ ਮਾਇਨਿਆਂ ਵਿੱਚ ਰਿਸ਼ਤਾ ਜੋੜਨਾ ਹੈ, ਉੱਥੇ ਤੁਹਾਡੇ ਕੋਲ ਸਮਾਂ ਨਹੀਂ। ਜਿੱਥੇ ਬਾਕੀ ਸਭ ਵਾਧੂ ਕੰਮ ਨੇ, ਕੀਤੇ ਜਾਣ ਤਾਂ ਵੀ ਸਰੇਗਾ, ਨਾ ਕੀਤੇ ਜਾਣ ਤਾਂ ਵੀ ਸਰੇਗਾ, ਪਰ ਉਸ ਜਗ੍ਹਾ ਦੇ ਉੱਤੇ ਤੁਹਾਡੇ ਕੋਲ ਸਮਾਂ ਹੀ ਸਮਾਂ ਹੈ। ਸਾਧਨ ਵੀ ਬਹੁਤ ਨੇ, ਸਹੂਲਤਾਂ ਵੀ ਬਹੁਤ ਨੇ, ਸਭ ਕੁਝ ਇਕੱਠਾ ਕਰਨ ਉੱਤੇ એનર્ਜੀ ਵੀ ਲਾਈ, ਪੈਸਾ ਵੀ ਲਾਇਆ, ਸਭ ਕੁਝ ਲਾਇਆ। ਇੱਥੇ ਪ੍ਰੋਬਲਮ ਹੈ। ਸੋਚਣ ਦੀ ਗੱਲ ਹੈ ਨਾ। ਜੇ ਮਨੁੱਖ ਨੇ ਚੰਗੇ ਪਾਸੇ ਵੱਲ ਕਦਮ ਧਰਨਾ ਹੋਵੇ, ਉਸ ਵੇਲੇ ਉਹ ਆਪਣੇ ਸਾਧਨ ਤੋਲਦਾ ਵੀ ਮੇਰੇ ਕੋਲ ਘਾਟਾ ਹੈ, ਕੋਈ ਸਾਥ ਨਹੀਂ ਦਿੰਦਾ, ਕੋਈ ਕਰਦਾ ਨਹੀਂ, ਮੈਂ ਕੀ ਕਰਾਂ, ਮੇਰੇ ਕੋਲ ਵਕਤ, ਸਮੇਂ ਦੀ ਪਾਬੰਦੀ ਹੈ, ਸਭ ਕੁਝ। ਇਹ ਸਭ ਗੱਲਾਂ ਚੇਤੇ ਆਉਂਦੀਆਂ ਨੇ। ਜਦੋਂ ਮਾੜੇ ਪਾਸੇ ਤੁਰਨਾ ਹੈ, ਸਾਧਨ ਵੀ ਪੈਦਾ ਕਰ ਲੈਂਦਾ ਹੈ, ਲੋਕਾਂ ਨੂੰ ਵੀ ਨਾਲ ਤੋਰ ਲੈਂਦਾ ਹੈ, ਪ੍ਰੇਰਨਾ ਕਰਦਾ ਹੈ, ਤਿਆਰ ਕਰਦਾ ਹੈ ਨਾਲ ਤੁਰਨ ਵਾਸਤੇ। ਉਸ ਵੇਲੇ ਨਾ ਪੈਸੇ ਦੀ ਪਰਵਾਹ ਕਰਦਾ ਹੈ, ਨਾ એનર્ਜੀ ਵੇਸਟ ਕਰਨ ਲੱਗਾ ਸੋਚਦਾ। ਹੁਣ ਤੁਸੀਂ ਸੋਚੋ ਵੀ ਕਮੀ ਕਿੱਥੇ ਹੈ ਮਨੁੱਖ ਦੇ ਜੀਵਨ ਅੰਦਰ। ਇਹਦਾ ਭਾਵ ਹੈ ਚੰਗੇ ਪਾਸੇ ਦੀ ਸੋਝੀ ਨਹੀਂ, ਪਹਿਲੀ ਤੇ ਗੱਲ। ਤੇ ਜੇ ਮਾੜਾ ਮੋਟਾ ਕਿਸੇ ਨੇ ਦੱਸਿਆ ਤੇ ਉਹਦੇ ਤੇ ਪ੍ਰਪੱਕ ਤੇ ਦ੍ਰਿੜ ਨਹੀਂ,
ਚੰਗੇ ਪਾਸੇ ਵੱਲ ਦ੍ਰਿੜ ਨਹੀਂ, ਪ੍ਰਪੱਕ ਨਹੀਂ, ਆਪਣੇ ਆਪ ਨੂੰ ਪ੍ਰੈਕਟਿਸ ਨਹੀਂ ਕੀਤੀ ਇਸ ਪਾਸੇ ਦੀ, ਬੁਰੇ ਕੰਮਾਂ ਦੀ ਪ੍ਰੈਕਟਿਸ ਕਰੀ ਜਾਂਦਾ ਸਾਰਾ ਜੀਵਨ, ਤੇ ਉਸ ਪਾਸੇ ਵੱਲ ਫਿਰ ਸਾਰੀ એનર્ਜੀ ਲੱਗਦੀ ਰਹਿੰਦੀ ਹੈ ਸਾਰੇ ਲੋਕਾਂ ਦੀ। ਇਹ ਵਜ੍ਹਾ ਹੈ, ਇਹ ਕਾਰਨ ਹੈ। ਗੁਰੂ ਸਾਹਿਬ ਕਹਿੰਦੇ ਨੇ ਜ਼ਿੰਦਗੀ ਦੇ ਇਸ ਸਮੇਂ ਨੂੰ ਜਿਸ ਨੇ ਨਹੀਂ ਸੰਭਾਲਿਆ, ਜਿਸ ਨੇ ਇਹਦੀ ਕੀਮਤ ਨਹੀਂ ਜਾਣੀ, ਜਿਸ ਨੇ ਇਹਦੀ ਕਦਰ ਨਹੀਂ ਕੀਤੀ, ਸਮਾਂ ਤੇ ਲੰਘ ਹੀ ਜਾਏਗਾ, ਸਮੇਂ ਨੇ ਕਿਹੜਾ ਬੈਠੇ ਰਹਿਣਾ। ਪਰ ਹੁਣ ਦੀ ਜੋ ਘੜੀ ਏ ਇਹ ਮੁੜ ਕੇ ਵਾਪਸ ਸਾਡੀ ਜ਼ਿੰਦਗੀ ਵਿੱਚ ਨਹੀਂ ਆਏਗੀ। ਇਹ ਸਹੂਲਤ ਹੈ, ਇਹ ਬੇੜਾ, ਇਹਨੂੰ ਬੰਨ੍ਹ ਕੇ ਰੱਖਣਾ ਪਏਗਾ। ਇਸ ਸਾਧਨ ਉੱਤੇ ਸਵਾਰ ਹੋਵਾਂਗੇ ਤਾਂ ਹੀ ਭਵਿੱਖ ਵਿੱਚ ਕੋਈ ਤਰੱਕੀ ਹੈ, ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਨੰਦ ਵਾਲਾ ਜੀਵਨ, ਕੋਈ ਚੰਗਾ ਮਾਹੌਲ ਵੇਖਣ ਨੂੰ ਮਿਲੇਗਾ। ਮੈਂ ਅਕਸਰ ਹੀ ਸੋਚਦਾ, ਜਿੱਥੇ ਚਾਰ ਲੋਕ ਜੁੜਦੇ ਨੇ ਸਾਡੇ, ਉੱਥੇ ਕੋਈ ਨਾ ਕੋਈ ਪ੍ਰੋਬਲਮ, ਕੋਈ ਨਾ ਕੋਈ ਮੁਸ਼ਕਲ ਦਾ ਵਿਚਾਰ ਵਟਾਂਦਰਾ ਹੱਲ ਕਰਦੇ ਨੇ। ਆ ਵੀ ਨਹੀਂ ਹੈ, ਆ ਵੀ ਨਹੀਂ ਹੈ, ਬੜੀ ਮੁਸ਼ਕਲ ਹੈ, ਕੌਮ ਦਾ ਬੁਰਾ ਹਾਲ ਹੈ, ਜਵਾਨੀ ਪੁਰਾਏ ਹੈ, ਆ ਹੁੰਦਾ, ਉਹ ਹੁੰਦਾ। ਪਰ ਗੁਰੂ ਕੇ ਪਿਆਰ ਵਾਲਿਓ, ਪ੍ਰੋਬਲਮ ਨੂੰ ਪ੍ਰੋਬਲਮ ਕਹਿ ਲੈਣ ਨਾਲ ਹੀ ਤੇ ਮਸਲਾ ਹੱਲ ਨਹੀਂ ਹੋਵੇਗਾ ਨਾ। ਅੱਗੇ ਵੀ ਕੁਝ ਕਰਨ ਵਾਲਾ ਇੱਕ ਕੰਮ ਹੈ, ਕੁਝ ਤਰੀਕੇ ਨੇ। ਪ੍ਰਬੰਧਕ ਵੀ ਚਿੰਤਾ 'ਚ ਨੇ, ਸੰਗਤ ਵੀ ਚਿੰਤਾ 'ਚ ਹੈ, ਲੀਡਰ ਵੀ ਚਿੰਤਾ 'ਚ ਨੇ। ਪਰ ਚਿੰਤਾ ਨਾਲ ਤੇ ਮਸਲੇ ਹੱਲ ਨਹੀਂ ਨਾ ਹੁੰਦੇ। ਚਿੰਤਾ ਦਾ ਅਰਥ ਹੁੰਦਾ ਵੀ ਸੋਚੋ, ਕਰੋ ਕੁਝ, ਪਰ ਅੱਗੇ ਜਦੋਂ ਕਰਨ ਦੀ ਵਾਰੀ ਆਉਂਦੀ ਹੈ ਉਸ ਵੇਲੇ ਸਾਰਾ ਕੰਮ ਠੱਪ ਹੋ ਜਾਂਦਾ। ਕੌਣ ਕਰੇ? ਉਦਮ ਹੋਵੇ ਪੱਲੇ ਤੇ ਹੋਵੇ ਨਾ, ਦ੍ਰਿੜਤਾ ਹੋਵੇ ਤੇ ਪੱਲੇ ਹੋਵੇ ਨਾ। ਉੱਥੇ ਆ ਕੇ ਨਾ ਸੋਚ ਚੰਗੀ ਏ, ਨਾ ਪ੍ਰਪੱਕਤਾ ਤੇ ਦ੍ਰਿੜਤਾ ਹੈ, ਬਸ ਗੱਲਾਂ ਨੇ ਖਾਲੀ। ਜੀਵਨ ਅੰਦਰ ਕੇਵਲ ਗੱਲਾਂ ਦਾ ਰੋਲ ਘਚੋਲਾ ਬਣਿਆ ਹੋਇਆ। ਲੋਕ ਆਖਦੇ ਨੇ ਬੱਚੇ ਧਰਮ ਤੋਂ ਮੁੜ ਗਏ, ਨਹੀਂ ਮੰਨਦੇ, ਪਤਾ ਨਹੀਂ, ਪੰਜਾਬੀ ਨਹੀਂ ਆਉਂਦੀ। ਸਿਖਾਉਂਦਾ ਕੌਣ ਹੈ? ਕਿਹਨੇ ਸਿਖਾਉਣੀ ਸੀ ਜੀ? ਤੁਸੀਂ ਸੋਚੋ। ਪ੍ਰੋਬਲਮ ਤੇ ਹੈ, ਪਰ ਹੱਲ ਕੌਣ ਕਰੇਗਾ? ਕੋਈ ਆਕਾਸ਼ ਵਿੱਚੋਂ ਉਤਰ ਕੇ ਨਹੀਂ ਆਏਗਾ, ਕੋਈ ਧਰਤੀ ਦਾ ਸੀਨਾ ਪਾੜ ਕੇ ਪ੍ਰਗਟ ਨਹੀਂ ਹੋਵੇਗਾ। ਇਹ ਸਾਡੇ ਕੰਮ ਸਨ ਕਰਨ ਵਾਲੇ, ਨਹੀਂ ਕੀਤੇ 20 ਸਾਲ, ਨਹੀਂ ਸਮਾਂ ਸੰਭਾਲਿਆ, ਹੁਣ ਨਹੀਂ ਪੰਜਾਬੀ ਸਮਝ ਆਉਂਦੀ ਤੇ ਕਿਸੇ ਦੀ ਮੁਸ਼ਕਲ ਹੈ। ਮੁੱਢਲੀ ਗੱਲ ਤਾਂ ਘਰ ਦੇ ਵਿੱਚੋਂ ਚੱਲਣੀ ਚਾਹੀਦੀ ਸੀ ਨਾ। ਤੋ ਨਾ ਬਾਪ ਇਸ ਗੱਲੋਂ ਅਵੇਅਰ ਹੈ, ਸੁਚੇਤ ਹੈ, ਨਾ ਮਾਂ ਇਸ ਗੱਲੋਂ ਸੁਚੇਤ ਹੈ, ਨਾ ਪਰਿਵਾਰ ਦੇ ਬਾਕੀ ਜੀ ਇਸ ਗੱਲੋਂ ਸੁਚੇਤ ਨੇ। ਔਰ ਸੱਜਣ ਕਹਿੰਦੇ ਨੇ ਕੀ ਕਰੀਏ ਜੀ, ਬੜੀ ਮੁਸ਼ਕਲ ਹੈ, ਇੱਥੇ ਪੰਜਾਬੀ ਸਮਝ ਨਹੀਂ ਆਉਂਦੀ। ਵੀ ਚੀਨਿਆਂ ਨੂੰ, ਉਹਨਾਂ ਦੇ ਬੱਚਿਆਂ ਨੂੰ ਚਾਈਨੀਜ਼ ਆਉਂਦੀ ਹੈ, ਉਹ ਕਿਹਨੇ ਸਿਖਾਈ? ਕੋਈ ਤੇ ਉਹਨਾਂ ਸਾਧਨ ਪੈਦਾ ਕੀਤੇ ਹੀ ਹੋਣਗੇ ਨਾ ਆਪਣੇ ਆਪ ਲਈ। ਤਾਂ ਅਸੀਂ ਆਪਣੇ ਆਪ ਨੂੰ ਵੀ ਸੰਭਾਲਣ ਦਾ ਯਤਨ ਨਹੀਂ ਕਰਦੇ, ਕੋਸ਼ਿਸ਼ ਨਹੀਂ ਕਰਦੇ, ਉੱਥੇ ਜਾ ਕੇ ਅਸੀਂ ਫੇਲ ਹੋ ਜਾਂਦੇ ਹਾਂ। ਇਹ ਗੱਲ ਮੈਂ ਤਾਂ ਉਦਾਹਰਣ ਤੁਹਾਡੇ ਸਾਹਮਣੇ ਰੱਖੀ ਹੈ ਵੀ ਜਦੋਂ ਸਮਾਂ ਸੰਭਾਲਣ ਦਾ ਵਕਤ ਹੁੰਦਾ ਹੈ, ਜਦੋਂ ਅਸੀਂ ਉਦੋਂ ਬਹਾਨੇ ਕਰਦੇ ਹਾਂ, ਉਦੋਂ ਆਲਸ ਕਰ ਜਾਂਦੇ ਹਾਂ ਨਿੱਕੀ ਨਿੱਕੀ ਗੱਲ ਉੱਤੇ ਅਸੀਂ, ਤਾਂ ਉਹ ਜਦੋਂ ਸਮਾਂ ਲੰਘ ਜਾਂਦਾ ਹੈ ਫਿਰ ਸਾਡੇ ਪੱਲੇ ਕੇਵਲ ਪਛਤਾਵਾ ਛੱਡ ਜਾਂਦਾ ਹੈ ਵੀ ਹੁਣ ਪਛਤਾਉਂਦੇ ਰਹੋ ਤੇ ਝੋਰਾ ਕਰਦੇ ਰਹੋ। ਫਿਰ ਝੋਰਾ ਤੇ ਪਛਤਾਵਾ ਤੇ ਕੁਝ ਨਹੀਂ ਨਾ ਕਰ ਸਕਦਾ, ਕਰਨਾ ਤੇ ਉਦਮ ਨੇ ਸੀ ਸਾਰਾ ਕੁਝ। ਸਤਿਗੁਰੂ ਜੀ ਆਖਦੇ ਨੇ ਸਮਾਂ ਲੰਘ ਰਿਹਾ ਹੈ, ਸਹੂਲਤ ਗਵਾਚ ਰਹੀ ਹੈ ਜੋ ਕੁਦਰਤ ਨੇ ਤੈਨੂੰ ਸਮੇਂ ਦੀ ਸਹੂਲਤ ਦਿੱਤੀ ਹੈ। ਜੇ ਤੂੰ ਉਸ ਦੀ ਸੰਭਾਲ ਨਾ ਕੀਤੀ, ਸਮਾਂ ਤੈਨੂੰ ਕਦੇ ਮੁਆਫ ਨਹੀਂ ਕਰੇਗਾ। ਸਮਾਂ ਤੈਨੂੰ ਕਦੇ ਮੁਆਫ ਨਹੀਂ ਕਰੇਗਾ, ਉਹ ਤਾਂ ਆਪਣੀ ਚਾਲੇ ਚੱਲ ਹੀ ਰਿਹਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਹੜ ਆਏ, ਜਦੋਂ ਕੋਈ ਨਾ ਕੋਈ ਕਾਂਗਿਆਰੀ ਉੱਠੀ, ਜਦੋਂ ਕਿਧਰੇ ਨਾ ਕਿਧਰੇ ਕੋਈ ਛਲ ਆਈ, ਬੇੜਾ ਤੂੰ ਬੰਨਿਆ ਨਹੀਂ, ਸਹੂਲਤ ਤੂੰ ਖੁੱਲੀ ਛੱਡ ਦਿੱਤੀ ਏ, ਜਦੋਂ ਉਹਨੂੰ ਰੋੜ ਕੇ ਲੈ ਗਈ, ਸਹੂਲਤ ਲੰਘ ਗਈ, ਫਿਰ ਤੇਰੇ ਕੋਲ ਝੋਰੇ ਤੋਂ ਬਿਨਾ ਕੁਝ ਵੀ ਨਹੀਂ। ਫਿਰ ਤੂੰ ਸੋਚੇਂਗਾ ਕੰਢਾ ਬੜੀ ਦੂਰ ਹੈ, ਕਿਵੇਂ ਪਾਰ ਹੋਵਾਂ, ਤੇ ਜਿਹੜਾ ਪਾਰ ਕਰਨ ਦਾ ਸਾਧਨ ਸੀ ਉਹ ਸੰਭਾਲਿਆ ਨਹੀਂ। 2 ਪਲ ਖੁੰਝਾਏ, 2 ਪਲ ਆਲਸ ਕੀਤਾ ਤੇ ਸਹੂਲਤ ਰੁੜ ਗਈ, ਸਾਧਨ ਹੱਥੋਂ ਗਵਾਚ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਯਾਦ ਰੱਖ, ਮੈਂ ਤੈਨੂੰ ਮੌਤ ਦਾ ਭੈ ਨਹੀਂ ਦੇ ਰਿਹਾ, ਮੈਂ ਤੈਨੂੰ ਮੌਤ ਤੋਂ ਡਰਾ ਨਹੀਂ ਰਿਹਾ, ਤੈਨੂੰ ਸੁਚੇਤ ਕਰ ਰਿਹਾ ਕਿ ਅਖੀਰ ਨੂੰ ਤੇਰੇ ਉੱਤੇ ਵੀ ਇਹ ਸਮਾਂ ਆ ਜਾਣਾ, ਤੇਰੀ ਵੀ ਲਿਮਟ ਹੈ ਇੱਕ ਦੌੜਨ ਦੀ, ਤੇਰੇ ਕੋਲ ਵੀ ਜ਼ਿੰਦਗੀ ਦਾ ਇੱਕ ਲਿਮਟਿਡ ਸਮਾਂ ਹੈ, ਬਹੁਤ ਹੱਦਬੰਦੀ ਵਾਲਾ ਸਮਾਂ ਹੈ। ਇਸ ਗੱਲ ਨੂੰ ਭੁੱਲ ਨਾ, ਜੋ ਹੋਣਾ ਇਸ ਜੀਵਨ ਵਿੱਚ ਹੀ ਹੋਣਾ ਹੈ, ਜੋ ਕਰਨਾ ਇਸ ਜ਼ਿੰਦਗੀ ਵਿੱਚ ਹੀ ਕਰਨਾ ਹੈ, ਜੋ ਜਿੱਤਣਾ ਹੈ ਉਹ ਜਿੱਤ ਇਸ ਜ਼ਿੰਦਗੀ ਵਿੱਚ ਹੀ ਹੈ, ਬਾਅਦ ਵਿੱਚ ਕੁਝ ਨਹੀਂ। ਮਤਾ ਹੀ ਤੂੰ ਪਰਲੋਕ ਦੇ ਕਿਸੇ ਸੁਣੀ ਜਾਏ, ਧਾਰਮਿਕ ਪੁਜਾਰੀਆਂ ਦੇ ਕੋਲੋਂ ਅੱਗੇ ਨਰਕ ਹੁੰਦਾ ਹੈ, ਅੱਗੇ ਸਵਰਗ ਹੁੰਦਾ ਹੈ। ਹੁਣ ਦਾ ਸਮਾਂ ਤੇਰਾ ਲੰਘਦਾ ਜਾ ਰਿਹਾ ਐਸੀਆਂ ਕਹਾਣੀਆਂ ਦੇ ਅੰਦਰ, ਇਹਨੂੰ ਸੰਭਾਲੇਗਾ ਕੌਣ? ਇਹਨੂੰ ਸੰਭਾਲ।
ਕਮੀ ਰਹੀ ਏ ਧਾਰਮਿਕ ਪੁਜਾਰੀ ਨੇ ਲੋਕਾਂ ਨੂੰ ਨਰਕਾਂ ਦੇ ਕਿੱਸੇ ਸੁਣਾਏ ਤੇ ਸਵਰਗਾਂ ਦੇ ਲਾਰੇ ਲਾਏ। ਪੁੱਠੇ ਪਾਸੇ ਦੁਨੀਆ ਲਾ ਛੱਡੀਏ। ਨਰਕਾਂ ਦੇ ਔਰ ਸਵਰਗਾਂ ਦੇ ਲਾਰਿਆਂ ਨੇ ਮਨੁੱਖ ਦੇ ਅੰਦਰ ਲਾਲਚ ਤੇ ਡਰ ਤੋਂ ਬਿਨਾਂ ਕੱਖ ਪੈਦਾ ਨਹੀਂ ਕੀਤਾ। ਮਨੁੱਖ ਦੀ ਸੁਰਤ ਦਾ ਸਤਿਆਨਾਸ਼ ਮਾਰਿਆ ਪੁਜਾਰੀ ਨੇ। ਜਾਂ ਤਾਂ ਉਹਨੂੰ ਡਰਾਇਆ ਨਰਕ ਦਾ ਨਾਂ ਦੇ ਕੇ, ਤੇ ਜਾਂ ਉਹਨੂੰ ਲਾਲਚ ਦਿੱਤੇ ਨੇ ਵੀ ਸਵਰਗ ਚ ਆਹ ਹੁੰਦਾ, ਆਹ ਹੁੰਦਾ, ਆਹ ਹੁੰਦਾ, ਤਕੜਾ ਹੋ, ਦਾਨ ਪੁੰਨ ਕਰ, ਤੀਰਥਾਂ ਤੇ ਨਹਾ, ਪੂਜਾ ਪਾਠ ਕਰਿਆ ਕਰ। ਪਰ ਉਹਨੂੰ ਇਹ ਨਹੀਂ ਦੱਸਿਆ ਵੀ ਆਹ ਜਿਹੜੀ ਜ਼ਿੰਦਗੀ ਏ ਤੇਰੀ ਨਰਕ ਬਣਦੀ ਜਾਂਦੀ, ਇਹਨੂੰ ਤੂੰ ਸਵਰਗ ਕਿਵੇਂ ਬਣਾਉਣਾ, ਇਹਨੂੰ ਤੂੰ ਕਿਵੇਂ ਸਵਾਰਨਾ। ਇਸ ਪਾਸੇ ਵੱਲੋਂ ਬਿਲਕੁਲ ਹੀ ਧਿਆਨ ਪਾਸੇ ਰੱਖਿਆ ਗਿਆ, ਹਟਾ ਦਿੱਤਾ ਗਿਆ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਯਾਦ ਰੱਖ ਰਾਜੇ ਰਾਏ ਰੰਕ ਨਹੀਂ ਰਹਿਣਾ। ਵੱਡੇ ਵੱਡੇ ਧਨੀ ਰਾਜੇ, ਰਾਜ ਕਰਨ ਵਾਲੇ, ਜਿਨ੍ਹਾਂ ਦੀ ਸੱਤਾ, ਜਿਨ੍ਹਾਂ ਕੋਲ ਦੁਨਿਆਵੀ ਤਾਕਤ ਬਹੁਤ ਸੀ, ਉਹ ਤਾਕਤਾਂ ਦੇ ਮਾਲਕ ਵੀ ਆਖਰ ਤੁਰ ਗਏ। ਰਾਏ ਦਾ ਅਰਥ ਹੈ ਅਮੀਰ, ਰੰਕ ਦਾ ਅਰਥ ਹੈ ਕੰਗਾਲ। ਭਾਵੇਂ ਕੋਈ ਹੋਵੇ ਅਮੀਰ, ਭਾਵੇਂ ਕੋਈ ਹੋਵੇ ਗਰੀਬ, ਭਾਵੇਂ ਕੋਈ ਦੌਲਤਮੰਦ ਹੋਵੇ ਤੇ ਭਾਵੇਂ ਕੋਈ ਕੰਗਾਲ ਹੋਵੇ, ਤੇ ਭਾਵੇਂ ਦੁਨੀਆ ਦੀ ਸੱਤਾ ਤੇ ਕਾਬਜ ਹੋਵੇ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਇਹ ਵੀ ਨਹੀਂ ਰਹੇ ਤੇ ਰਹਿਣਾ ਤੂੰ ਵੀ ਨਹੀਂ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ। ਆਏ ਨੇ ਸਾਰੇ ਤੇ ਚਲੇ ਗਏ ਨੇ। ਯੁਗ ਚਾਰੇ ਹਮੇਸ਼ਾ ਤੋਂ, ਯੁਗ ਦਾ ਅਰਥ ਹੈ ਸਮੇਂ ਤੋਂ, ਸਮੇਂ ਦਾ ਇਹੋ ਹੀ ਸਿਲਸਿਲਾ ਹੈ, ਇਹੋ ਹੀ ਸਮੇਂ ਦਾ ਸੁਭਾਅ ਹੈ। ਉਹ ਜਿਹੜੀ ਚੀਜ਼ ਪੈਦਾ ਕਰਦਾ ਉਹਨੂੰ ਹੰਢਾ ਕੇ, ਪੁਰਾਣੀ ਕਰਕੇ ਖਤਮ ਕਰ ਦਿੰਦਾ ਹੈ। ਸਭ ਕੁਝ ਸਮੇਂ ਦੇ ਪ੍ਰਭਾਵ ਅਧੀਨ ਚੱਲ ਰਿਹਾ। ਸਮਾਂ ਕਿਸੇ ਨੂੰ ਨਹੀਂ ਬਖਸ਼ਦਾ, ਸਮਾਂ ਖੁਦ ਪੈਦਾ ਕਰਦਾ ਹੈ, ਸਮਾਂ ਖੁਦ ਹੰਢਾਉਂਦਾ, ਯੂਜ਼ ਕਰਦਾ ਹੈ, ਤੇ ਸਮਾਂ ਆਪੇ ਹੀ ਖਤਮ ਕਰ ਦਿੰਦਾ ਹੈ। ਸਮੇਂ ਦੇ ਚੱਕਰ ਵਿੱਚ ਸਾਰੇ ਵੱਜੇ ਪਏ ਨੇ। ਹਾਂ, ਜੋ ਸਮੇਂ ਦੇ ਚੱਕਰ ਵਿੱਚ ਨਹੀਂ ਉਹ ਅਕਾਲ ਮੂਰਤ ਹੈ। ਅਕਾਲ ਦਾ ਅਰਥ ਜਿਹੜਾ ਕਾਲ ਦੇ, ਕਾਲ ਕਹਿੰਦੇ ਨੇ ਸਮੇਂ ਨੂੰ, ਜਿਹੜਾ ਸਮੇਂ ਦੇ ਪ੍ਰਭਾਵ ਅਧੀਨ ਨਹੀਂ, ਬਾਕੀ ਸਭ ਸਮੇਂ ਦੇ ਪ੍ਰਭਾਵ ਅਧੀਨ ਹੈ। ਸਭ ਕੁਝ ਸਮੇਂ ਨਾਲ ਚੇਂਜ ਹੋ ਰਿਹਾ, ਬਦਲ ਰਿਹਾ, ਉਪਜ ਰਿਹਾ, ਚੱਲ ਰਿਹਾ, ਬਿਨਸ ਰਿਹਾ, ਖਤਮ ਹੋ ਰਿਹਾ। ਗੁਰੂ ਨਾਨਕ ਮਹਾਰਾਜ ਕਹਿੰਦੇ ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਤੇ ਇੱਕ ਗੱਲ ਹੋਰ ਕਹੀ ਗੁਰੂ ਸਾਹਿਬ ਨੇ, ਰਹਿਣ ਕਹਿਣ ਤੇ ਰਹਿ ਨਾ ਕੋਈ। ਕਹਿਣ ਨਾਲ, ਤਰਲੇ ਲੈਣ ਨਾਲ ਕੋਈ ਸਦਾ ਬੈਠਾ ਨਹੀਂ ਰਹਿੰਦਾ। ਲੱਖ ਕੋਈ ਅਸੀਸਾਂ ਦੇਵੇ ਤੂੰ ਜੁਗ ਜੁਗ ਜੀ, ਮਨ ਨੂੰ ਚੰਗੀ ਲੱਗਦੀ ਹੈ ਗੱਲ ਵੀ ਕਿਸੇ ਨੇ ਆਖਿਆ ਤੂੰ ਜੁਗ ਜੁਗ ਜੀਵੇਂ। ਲੋਕ ਬਾਬਿਆਂ ਕੋਲੋਂ ਜਾਂਦੇ ਨੇ ਅਸੀਸਾਂ ਲੈਣ, ਬੱਚੇ ਦੇ ਸਿਰ ਤੇ ਹੱਥ ਰੱਖ ਦੋ, ਜੀਏਗਾ ਉਹ ਨਹੀਂ ਜਿੰਨਾ ਕੁਦਰਤ ਚਾਹੁੰਦੀ ਹੈ। ਹੱਥ ਕੋਈ ਲੱਖ ਸਿਰ ਤੇ ਰੱਖ ਦੇਵੇ, ਲੱਖ ਕੋਈ ਕਹਿ ਦੇਵੇ ਤੂੰ ਜੁਗ ਜੁਗ ਜੀਵੇਂ, ਉਹ ਨਹੀਂ ਜੀਏਗਾ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆ, ਕਹਿਣ ਲੱਗੇ ਦੇਨ ਦੁਆਈ ਸੇ ਮਰੈ। ਜਿਹੜੇ ਦੁਆਵਾਂ ਦਿੰਦੇ ਨੇ ਨਾ ਆਪ ਵੀ ਮਰਦੇ ਨੇ, ਤੇ ਜਿਨ ਕੋ ਦੇਨ ਸਜਾਏ, ਜਿਨ੍ਹਾਂ ਨੂੰ ਦਿੰਦੇ ਨੇ ਉਹ ਵੀ ਮਰਦੇ ਨੇ। ਭਾਵ ਹੁਕਮ ਤਾਂ ਸਾਰਿਆਂ ਲਈ ਇੱਕੋ ਜਿਹਾ ਹੀ ਹੈ, ਭਾਵੇਂ ਦੁਆਵਾਂ ਦਿਓ ਤੇ ਭਾਵੇਂ ਨਾ ਦਿਓ। ਗੁਰੂ ਸਾਹਿਬ ਕਹਿੰਦੇ ਨੇ ਦੇਨ ਦੁਆਈ ਸੇ ਮਰੈ, ਜਿਨ ਕੋ ਦੇਨ ਸੇ ਜਾਹੇ। ਜਿਹੜੇ ਦੁਆਵਾਂ ਦੇ ਰਹੇ ਨੇ ਨਾ ਮਹਾਂਪੁਰਖ ਬਣੇ ਹੋਏ, ਉਹ ਇਵੇਂ ਸਮਝਦੇ ਨੇ ਵੀ ਕੁਦਰਤ ਸਾਡੇ ਵਾਸਤੇ, ਤੇ ਲੋਕਾਂ ਨੂੰ ਭਰਮ ਹੈ ਵੀ ਜੋ ਇਹਨਾਂ ਕਹਿ ਦਿੱਤਾ ਨਾ ਉਹ ਤੇ ਸੱਚ। ਕੁਦਰਤ ਇਹਨਾਂ ਦੀ ਗੁਲਾਮ ਹੈ, ਰੱਬ ਤਾਂ ਇਹਨਾਂ ਦਾ ਨੌਕਰ ਹੈ, ਜੋ ਕਹਿਣਗੇ ਸੱਚ ਹੋਏਗਾ। ਲੋਕ ਉਹਨਾਂ ਦੀਆਂ ਦੁਆਵਾਂ ਵਾਸਤੇ ਮਿਹਨਤ ਦੀ ਕਮਾਈ ਰੋੜ ਰਹੇ, ਗੁਲਾਮੀ ਕਰ ਰਹੇ ਨੇ, ਪੈਰ ਚੱਟ ਰਹੇ ਨੇ, ਪੈਰਾਂ ਦੇ ਪਾਣੀ ਧੋ ਧੋ ਕੇ ਉਹਨਾਂ ਦੇ ਪੈਰ ਪਾਣੀ ਦੀਆਂ ਚੁਲੀਆਂ ਪੀ ਰਹੇ ਨੇ। ਗੁਰੂ ਸਾਹਿਬ ਆਖਦੇ ਨੇ ਜਿਹੜੇ ਦੁਆਵਾਂ ਦਿੰਦੇ ਨੇ ਮਰਨਾ ਇਹਨਾਂ ਵੀ ਹੈ, ਤੇ ਜਿਹੜੇ ਲੈਣ ਵਾਲੇ ਮਰਨਾ ਇਹਨਾਂ ਵੀ ਹੈ। ਰੱਬ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ, ਕਿਸੇ ਦੀ ਤਾਕਤ ਨਹੀਂ। ਸਭ ਚਲੇ ਗਏ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹਟ ਪਟਨ ਬਾਜ਼ਾਰ ਹੁਕਮੀ ਢੈਸੀਓ। ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਵਾਸਤੇ ਇਸ ਗੱਲ ਨੂੰ ਯਾਦ ਰੱਖ, ਜੇ ਅਸੀਸ ਲੈਣੀ ਏ ਗੁਰੂ ਕੋਲੋਂ ਤੇ ਇਹ ਅਸੀਸ ਲੈ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ। ਗੁਰੂ ਇਸੇ ਕਰਕੇ ਕੋਈ ਅਸੀਸ ਦੇਣ, ਤੈਨੂੰ ਰੱਬ ਚੇਤੇ ਰਹੇ ਤਾਂ ਕਿ ਤੂੰ ਬੰਦਾ ਬਣਿਆ ਰਹੇ ਜੀਵਨ ਅੰਦਰ, ਸ਼ੈਤਾਨ ਨਾ ਬਣੇ, ਹੈਵਾਨ ਨਾ ਬਣੇ। ਜਿੰਨੀ ਵੀ ਜ਼ਿੰਦਗੀ ਹੈ ਆਨੰਦ ਵਾਲੀ ਹੋਵੇ, ਆਨੰਦ ਆ ਜਾਏ, ਸਵਾਦ ਆ ਜਾਏ ਇਸ ਜ਼ਿੰਦਗੀ ਦਾ, ਤੈਨੂੰ ਜੀਣਾ ਆ ਜਾਏ। ਗੁਰੂ ਇਹ ਕਹਿੰਦਾ ਉਮਰ ਬਹੁਤ ਲੰਮੀ ਹੋਵੇ, ਬੰਦਾ ਹੈਵਾਨ ਹੋ ਜਾਏ ਨਾ, ਘਰ ਦੇ ਹੀ ਕਹਿੰਦੇ ਨੇ ਕਦੋਂ ਖਹਿੜਾ ਛੁੱਟੇਗਾ, ਕਿੰਨਾ ਸਮਾਂ ਹੋ ਗਿਆ।
ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜ਼ਿੰਦਗੀ ਐਸੀ ਜੀ ਕਿ ਖੇੜਾ ਸੁਗੰਧ ਜੀਵਨ ਦੇ ਗੁਣਾਂ ਦੀ ਤੂੰ ਵੰਡੇ ਇਸ ਸੰਸਾਰ ਦੇ ਅੰਦਰ, ਸਮਾਂ ਭਾਵੇਂ ਘੱਟ ਹੋਵੇ ਪਰ ਹੋਵੇ ਵਧੀਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਦੀ ਸਾਰੀ ਜੀਵਨ ਜਿਉਣ ਦੀ, ਜੀਵਨ ਹੰਢਾਉਣ ਦੀ, ਜੀਵਨ ਦਾ ਆਨੰਦ ਪਾਉਣ ਦੀ ਗੱਲ ਕਰਦੀ ਏ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੂੰ ਬੇਨੰਤੀ। ਕਿਹਦੇ ਕੋਲ ਜਾ ਕੇ ਤਰਲਾ ਲਵਾਂ? ਕਿਸੇ ਦੇ ਕਹਿਣ ਨਾਲ ਕਿਸੇ ਨੇ ਰਹਿ ਜਾਣਾ, ਕਿਸੇ ਦੇ ਕਹਿਣ ਨਾਲ ਕੁਝ ਵਾਪਰਨਾ ਨਹੀਂ। ਗੁਰੂ ਸਾਹਿਬ ਆਖਦੇ ਨੇ ਇਸ ਹੁਕਮ ਨੂੰ ਟਾਲਿਆ ਨਹੀਂ ਜਾ ਸਕੇਗਾ। ਏਕ ਸ਼ਬਦ ਰਾਮ ਨਾਮ ਨਿਰੁੱਧਰ, ਗੁਰ ਦੇਵੈ ਪਤ ਮਤੀ। ਗੁਰੂ ਦੇ ਰਾਹੀਂ ਜਿਹੜਾ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਇੱਕ ਸ਼ਬਦ, ਭਾਵ ਉਹਦੀ ਰੱਬ ਦੀ ਜੋ ਵਡਿਆਈ ਹੈ, ਸਿਫਤ ਸਲਾਹ ਹੈ, ਜੋ ਗੁਰੂ ਦਾ ਉਪਦੇਸ਼ ਹੈ, ਇਹ ਵਿਕਾਰਾਂ ਦੇ ਪ੍ਰਭਾਵ ਤੋਂ ਸਾਨੂੰ ਬਚਾ ਲੈਂਦਾ ਹੈ, ਮਾੜੀ ਜ਼ਿੰਦਗੀ ਤੋਂ ਮੁਕਤ ਕਰਦਾ ਹੈ, ਚੰਗਾ ਜੀਵਨ ਦਿੰਦਾ ਹੈ, ਸਚਿਆਰਾ ਜੀਵਨ ਦਿੰਦਾ ਹੈ। ਗੁਰ ਦੇਵੈ ਪਤ, ਗੁਰੂ ਅਕਾਲ ਪੁਰਖ ਨਾਲ, ਪਤੀ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ, ਮਾਲਕ ਨਾਲ ਜੋੜ ਦਿੰਦਾ ਹੈ। ਕਿਵੇਂ? ਮਤੀ, ਆਪਣੀ ਮਤ ਦੇ ਕੇ, ਆਪਣਾ ਉਪਦੇਸ਼ ਬਖਸ਼ ਕੇ, ਆਪਣੀ ਚੰਗੀ ਸ਼ੁਭ ਮਤ ਸਿੱਖ ਦੇ ਜੀਵਨ ਵਿੱਚ। ਗੁਰੂ ਇਹੋ ਕੁਝ ਹੀ ਬਖਸ਼ਦਾ ਹੈ ਨਾ। ਗੁਰੂ ਕੀ ਦਿੰਦਾ? ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਨਾਮ ਧਨ ਦਾ ਅਰਥ ਹੈ ਰੱਬ ਦੇ ਗੁਣਾਂ ਦੀ ਸੋਝੀ ਕਰਾਉਂਦਾ ਹੈ। ਸਤਿਗੁਰੂ ਆਖਦੇ ਨੇ, ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ। ਜਦੋਂ ਗੁਰੂ ਦੇ ਮਤ ਜੀਵਨ ਵਿੱਚ ਆਈ, ਗੁਰੂ ਦਾ ਸ਼ਬਦ ਜੀਵਨ ਵਿੱਚ ਵਸਿਆ, ਕਹਿੰਦੇ ਨੇ ਜਿਹੜੀ ਲਾਜ ਸੀ ਨਾ, ਲਾਜ ਮਰੰਤੀ, ਜਿਸ ਲਾਜ ਵਿੱਚ, ਲੋਕ ਲਾਜ ਜਿਹਨੂੰ ਕਹਿੰਦੇ, ਨੱਕ ਨਮੂਜ ਕਹਿੰਦੇ ਆ ਨਾ, ਉਹ ਨੱਕ ਨਮੂਜ, ਉਹ ਲੋਕ ਲਾਜ ਜਿਹਦੇ ਚ ਮਰ ਰਿਹਾ ਸਾਂ ਮੈਂ ਦਿਨ ਰਾਤ, ਉਹ ਮੇਰੇ ਗਲੋਂ ਲੈ ਗਈ, ਉਹ ਛੁੱਟ ਗਈ। ਜਿਹਨੂੰ ਕਬੀਰ ਸਾਹਿਬ ਨੇ ਆਖਿਆ, ਕਬੀਰ ਦੁਨੀਆ ਕੇ ਦੋਖੇ ਮੂਆ। ਲੋਕਾਂ ਵੱਲ ਵੇਖ ਵੇਖ ਕੇ ਜੀਂਦਾ ਹੈ, ਲੋਕਾਂ ਲਈ ਖਪ ਰਿਹਾ ਹੈ, ਲੋਕਾਂ ਲਈ ਮਰ ਰਿਹਾ ਹੈ। ਪਾਠ ਕਰਦਾ ਤਾਂ ਵੀ ਲੋਕਾਂ ਨੂੰ ਵਿਖਾਉਣ ਲਈ, ਸੰਗਤ ਕਰਦਾ ਤਾਂ ਵੀ ਲੋਕਾਂ ਨੂੰ ਵਿਖਾਉਣ ਲਈ। ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਵੀ ਇੱਕ ਨਾ ਧਰਮ ਸਥਾਨ ਉੱਤੇ ਲੋਕ ਬੈਠੇ, ਇੱਕ ਸੱਜਣ ਨੇ ਉਸ ਜਗ੍ਹਾ ਤੇ ਅਨਾਉਂਸਮੈਂਟ ਕੀਤੀ, ਕਹਿਣ ਲੱਗਿਆ ਮੇਰੇ ਕੋਲ ਨਾ ਨੋਟ ਕਰਾਓ, ਪਾਠ ਜਮਾ ਕਰਾਓ। ਇਹ ਸ਼ਬਦ ਪਹਿਲੀ ਵਾਰ ਸੁਣਨ ਨੂੰ ਮਿਲਿਆ। ਕੀ ਕਰੀਏ? ਗੁਰਦੁਆਰਾ ਗੁਰੂ ਨਾਨਕ ਮਹਾਰਾਜ ਦੀ ਚਲਾਈ ਹੋਈ ਸੰਸਥਾ ਹੈ, ਤੇ ਇਹ ਸੀ ਧਰਮ ਸੱਚ ਦਾ ਪ੍ਰਚਾਰ ਕਰਨ ਲਈ, ਗੁਣਾਂ ਤੇ ਔਗੁਣਾਂ ਦੀ ਵਿਚਾਰ ਕਰਨ ਲਈ, ਗਰੀਬ ਲੋੜਵੰਦ ਦੀ ਮਦਦ ਕਰਨ ਲਈ, ਭਾਈਚਾਰਾ ਕਾਇਮ ਕਰਨ ਲਈ। ਪਰ ਇੱਥੇ ਵੀ ਲੋਕਾਂ ਕਰਮ ਕਾਂਡਾਂ ਦੀ ਮੰਡੀ ਲਾ ਛੱਡੀਏ। ਜਿਹੜਾ ਵੀ ਆਉਂਦਾ ਹੈ ਆਪਣਾ ਸੌਦਾ ਵੇਚ ਕੇ ਤੁਰ ਜਾਂਦਾ ਹੈ। ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਜੇ ਚੱਲਦੀ, ਇੱਥੇ ਵੀ ਗੁਰੂ ਬਾਣੀ ਦੇ ਸਿਧਾਂਤ ਦੀ ਇੱਕ ਨਹੀਂ ਚੱਲਣ ਦਿੱਤੀ ਜਾਂਦੀ। ਜਿਹੜਾ ਆਉਂਦਾ ਹੈ ਆਪਣੀ ਮਤ ਲੈ ਕੇ ਆਉਂਦਾ ਹੈ, ਦੇ ਕੇ ਤੇ ਚਲਿਆ ਜਾਂਦਾ ਹੈ, ਆਪਣੇ ਗਾਹਕ ਬਣਾ ਕੇ ਤੁਰਦਾ ਬਣਦਾ ਹੈ। ਇਹੋ ਕੁਝ ਹੀ ਹੋ ਰਿਹਾ। ਉਹ ਕੀ ਕਹਿ ਰਿਹਾ? ਸੱਜਣ ਕਹਿਣ ਲੱਗਾ ਮੇਰੇ ਪਾਠ ਕਰੋ ਤੇ ਮੇਰੇ ਕੋਲ ਜਮਾ ਕਰਾਓ, ਆਪਾਂ ਇਕੱਠੇ ਅਰਦਾਸ ਕਰਾਂਗੇ। ਇਹ ਸ਼ਬਦ ਉਹ ਵਰਤਿਆ। ਹੁਣ ਤੁਸੀਂ ਸੋਚੋ ਵੀ ਜਿਹੜਾ ਪਾਠ ਕਰਨ ਜਾਣਦਾ ਉਹਨੂੰ ਅਰਦਾਸ ਕਰਦੇ ਆ ਕੀ ਹੁੰਦਾ ਹੈ ਜੀ? ਉਹ ਆਪਣੀ ਅਰਦਾਸ ਖੁਦ ਕਿਉਂ ਨਹੀਂ ਕਰ ਸਕਦਾ? ਡਿਪੈਂਡ ਕਿਉਂ ਹੈ? ਤੇ ਦੂਜੀ ਗੱਲ, ਪਾਠ ਜਮਾ ਕਰਵਾਉਣ ਵਾਲੀ ਗੱਲ ਕਿਹਨੂੰ ਦੱਸਣਾ ਚਾਹੁੰਦੇ ਹੋ ਪਾਠ ਕਰਕੇ ਵੀ ਅਸੀਂ ਕੀਤਾ? ਗਿਣਤੀਆਂ ਹੋ ਰਹੀਆਂ ਨੇ ਨਾ, ਇੰਨੇ ਕਰ ਲੈ, ਕੋਈ 100 ਕਰ ਰਿਹਾ, ਕੋਈ 200 ਕਰ ਰਿਹਾ, ਕੋਈ 500 ਕਰ ਰਿਹਾ, ਕੋਈ 1000। ਮੈਂ ਇਹ ਨਹੀਂ ਕਹਿ ਰਿਹਾ ਵੀ ਕਰਨਾ ਨਹੀਂ ਚਾਹੀਦਾ, ਪਰ ਜਿਹੜਾ ਗਿਣਤੀ ਕਰਦਾ ਉਹ ਪਾਠ ਨਹੀਂ ਕਰ ਸਕਦਾ। ਸੋਚਣਾ ਕਦੇ। ਜੇ ਤੁਸੀਂ ਪਾਠ ਕਰਦੇ ਹੋ ਤੇ ਗਿਣਤੀ ਕੌਣ ਕਰਦਾ ਹੈ, ਤੇ ਜੇ ਗਿਣਤੀ ਕਰਦੇ ਹੋ ਤੇ ਪਾਠ ਕੌਣ ਕਰਦਾ ਹੈ? ਸੋਚਣ ਦੀ ਗੱਲ ਹੈ ਨਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ। ਗੁਰਬਾਣੀ ਸਾਡੇ ਰਿਕਾਰਡ ਕਾਇਮ ਕਰਨ ਵਾਸਤੇ ਨਹੀਂ ਰਚੀ ਗਈ। ਗੁਰਬਾਣੀ ਸਾਡੇ ਜੀਵਨ ਨੂੰ ਦਿਸ਼ਾ ਦੇਣ ਵਾਸਤੇ, ਸੇਧ ਦੇਣ ਵਾਸਤੇ ਉਚਾਰਨ ਕੀਤੀ ਗਈ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਡ ਅਵਰ ਨਾ ਕੋਏ। ਗੁਰਬਾਣੀ ਕਾਹਦੇ ਵਾਸਤੇ ਹੈ? ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਜੀਵਨ ਨੂੰ ਸੁਖ ਤੇ ਸਫਲ ਬਣਾਉਣ ਵਾਸਤੇ, ਰਿਕਾਰਡ ਕਾਇਮ ਕਰਨ ਵਾਸਤੇ ਨਹੀਂ, ਹਉਮੈ ਦੇ ਮੁਜ਼ਾਹਰੇ ਕਰਨ ਵਾਸਤੇ ਨਹੀਂ, ਦਾਅਵੇ ਬੰਨਣ ਵਾਸਤੇ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਇਹਨਾਂ ਚੱਕਰਾਂ ਤੋਂ ਕੱਢਣਾ ਚਾਹਿਆ ਹੈ, ਪਰ ਵੇਖੋ ਬਦਕਿਸਮਤੀ ਸਾਡੇ ਜੀਵਨ ਦੀ, ਅਸੀਂ ਗੁਰਬਾਣੀ ਨੂੰ ਹੀ ਇਹਨਾਂ ਚੱਕਰਾਂ ਵਿੱਚ ਪਾ ਲਿਆ। ਜਿਹੜਾ ਵਿਹਾਰ ਗੁਰਬਾਣੀ ਨੇ ਸਾਨੂੰ ਛਡਾਇਆ ਸੀ ਨਾ, ਅਸੀਂ ਗੁਰਬਾਣੀ ਨਾਲ ਹੀ ਉਹ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਕਹਿੰਦੇ ਸਨ ਅੰਮ੍ਰਿਤ ਅੰਦਰੋਂ ਲੱਭ, ਅਸੀਂ ਗੜਵੀ ਭਰੀ ਤੇ ਗੁਰੂ ਦੇ ਪੀੜੇ ਥੱਲੇ ਰੱਖ ਦਿੱਤੀ ਵੀ ਅਸੀਂ ਤੇਰੀ ਮੰਨਣੀ ਹੋਵੇ ਤੇ ਤਾਂ ਹੈ ਨਾ। ਤੇਰੀ ਬਾਣੀ ਦੇ ਰਾਹੀਂ ਪਾਣੀ ਨੂੰ ਅੰਮ੍ਰਿਤ ਬਣਾਉਣਾ ਤੇ ਉਹ ਪੀਣਾ।
ਆਪਣੇ ਜੀਵਨ ਨੂੰ ਅੰਮ੍ਰਿਤ ਨਹੀਂ ਬਣਾਉਣਾ, ਆਪਣੇ ਅੰਦਰ ਜ਼ਹਿਰ ਹੀ ਰੱਖਣਾ ਹੈ, ਆਪਣਾ ਜ਼ਹਿਰ ਨਹੀਂ ਛੱਡਣਾ। ਇਹ ਇਸ ਤਰ੍ਹਾਂ ਦੇ ਕੁਝ ਸੁਭਾਅ ਨੇ। ਗੁਰੂ ਦੇ ਉਪਦੇਸ਼ ਨਾਲ ਜੁੜਨ ਦੀ ਬਜਾਏ ਅਸੀਂ ਧਾਗਾ ਬੰਨ ਜਾਈਏ ਪੀੜੇ ਨੂੰ ਤੇ ਫਿਰ ਖੋਲ ਕੇ ਆਪਣੇ ਗੁੱਟ ਨਾਲ ਬੰਨ ਲਈਏ, ਇਹੋ ਜਿਹੇ ਕੰਮ ਸਾਨੂੰ ਕਰਨੇ ਚੰਗੇ ਲੱਗਦੇ ਨੇ। ਤੇ ਉਪਦੇਸ਼ ਨੂੰ ਵਿਚਾਰਨਾ, ਬਾਣੀ ਨੂੰ ਸਮਝਣਾ, ਗੁਰਬਾਣੀ ਦੀ ਵਿਚਾਰ ਕਰਨੀ, ਬਾਣੀ ਨੂੰ ਪੜ੍ਹਨਾ, ਸੰਗਤ ਵਿੱਚ ਬੈਠ ਕੇ ਕੋਈ ਚੱਜ ਆਚਾਰ ਗੁਰੂ ਦਾ ਸਿੱਖਣਾ, ਇਹ ਤਾਂ ਗੱਲਾਂ ਪਾਉਂਦੀਆਂ ਹੀ ਨਹੀਂ। ਕੀ ਵਜ੍ਹਾ ਹੋ ਸਕਦੀ ਹੈ, ਕੀ ਕਾਰਨ ਹੋ ਸਕਦਾ ਹੈ? ਗੁਰੂ ਆਖਦੇ ਨੇ ਕਿਉਂਕਿ ਜਦੋਂ ਧਰਮ ਲੋਕ ਲਾਜ ਲਈ ਕਮਾਇਆ ਜਾਏਗਾ, ਉਹ ਧਰਮ ਧਰਮ ਨਹੀਂ ਰਹਿ ਜਾਂਦਾ, ਉਹ ਵਿਖਾਵਾ ਤੇ ਪਖੰਡ ਹੁੰਦਾ ਹੈ। ਧਰਮ ਉਹ ਹੈ ਜਿਹੜਾ ਆਪਣੇ ਜੀਵਨ ਨੂੰ ਸਵਾਰਨ ਲਈ ਕਮਾਇਆ ਜਾਂਦਾ ਹੈ। ਜਿਹੜਾ ਲੋਕਾਂ ਲਈ ਕੀਤਾ ਜਾਂਦਾ ਉਹ ਵਿਖਾਵਾ ਹੈ, ਜਿਹੜਾ ਆਪਣੇ ਲਈ ਬੰਦਾ ਕਰਦਾ ਉਹ ਧਰਮ ਹੈ। ਇਸ ਕਰਕੇ ਸਤਿਗੁਰੂ ਆਖਦੇ ਨੇ ਲਾਜ ਮਰੰਤੀ, ਜਿਸ ਲਾਜ ਲੋਕ ਲਾਜ ਵਿੱਚ ਮੈਂ ਮਰ ਰਿਹਾ ਸਾਂ, ਵਿਖਾਵੇ ਮਾਤਰ ਕੰਮਾਂ ਵਿੱਚ ਮੈਂ ਉਲਝਿਆ ਹੋਇਆ ਸਾਂ, ਮਰ ਗਈ, ਉਹ ਮੇਰੇ ਅੰਦਰੋਂ ਮਿਟ ਗਈ, ਖਤਮ ਹੋ ਗਈ ਭਾਵਨਾ। ਵਿਖਾਵੇ ਵਾਲੀ ਘੂੰਘਟ ਖੋਲ ਚੱਲੀ। ਘੁੰਡ ਕੱਢਣ ਦਾ ਮਤਲਬ ਹੁੰਦਾ ਹੈ ਨਾ ਓਲਾ ਕਰ ਲੈਣਾ, ਸੰਗ ਜਾਣਾ, ਸ਼ਰਮਾਉਣਾ। ਗੁਰੂ ਸਾਹਿਬ ਆਖਦੇ ਨੇ ਹੁਣ ਮੈਂ ਘੁੰਡ ਚੁੱਕ ਦਿੱਤਾ ਹੈ, ਭਾਵ ਹੁਣ ਨਾ ਲੋਕ ਲਾਜ ਹੈ, ਲੋਕ ਕੀ ਆਖਣਗੇ, ਲੋਕ ਕੀ ਆਖਣਗੇ, ਹੁਣ ਇਹ ਵੀ ਗੱਲ ਛੱਡ ਦਿੱਤੀ ਹੈ। ਹੁਣ ਮੈਂ ਨੇਕ ਕੰਮ ਕਰਨ ਲੱਗਿਆ, ਨਾ ਸੰਗ ਕਰਦਾ, ਨਾ ਸ਼ਰਮ ਕਰਦਾ, ਨਾ ਝਿਜਕ ਮਹਿਸੂਸ ਕਰਦਾ। ਸੰਗ ਲਾ ਦਿੱਤੀ, ਨੇਕ ਕੰਮ ਕਰਨ ਲੱਗਿਆ, ਜੋ ਸ਼ਰਮ ਆਉਂਦੀ ਸੀ ਉਹ ਮਿਟਾ ਦਿੱਤੀ। ਚੰਗਾ ਨੇਕ ਸ਼ੁਭ ਕਰਮ ਕਰਨ ਲੱਗਿਆ, ਨੇਕ ਉਦਮ ਕਰਨ ਲੱਗਿਆ, ਭਲਾ ਕੰਮ ਕਰਨ ਲੱਗਿਆ। ਗੁਰੂ ਸਾਹਿਬ ਕਹਿੰਦੇ ਨੇ ਮੈਂ ਲੋਕਾਂ ਦੇ ਮੂੰਹ ਵੱਲ ਵੇਖਦਾ, ਲੋਕ ਕੀ ਕਹਿੰਦੇ ਨੇ ਉਹ ਵੀ ਛੱਡ ਦਿੱਤਾ। ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਬਾਕੀ ਜਿੱਥੇ ਤੱਕ ਲੋਕਾਂ ਦੀ ਗੱਲ ਹੈ ਨਾ, ਗੌਰ ਕਰਨਾ ਤੁਸੀਂ, ਮੜੀਆਂ ਤੇ ਪੈਸੇ ਲਾ ਦਿਓ ਲੱਖਾਂ ਰੁਪਈਆ, ਲੋਕ ਵਾਹ ਵਾਹ ਕਰ ਦੇਣਗੇ। ਜੇ ਤੁਸੀਂ ਗੁਰਬਾਣੀ ਦਾ ਕੋਈ ਲਿਟਰੇਚਰ ਵੰਡ ਦਿਓ, ਲੋਕ ਕਹਿਣਗੇ ਇਹ ਕਾਹਦੇ ਤੇ ਪੈਸਾ ਲਾਤਾ, ਇਹਦੀ ਕੀ ਲੋੜ ਸੀ, ਇਹ ਕੀ ਕਰਨਾ ਸੀ। ਏਡੀ ਪੁੱਠੀ ਬੁੱਧੀ ਹੈ ਲੋਕਾਂ ਦੀ। ਤੁਸੀਂ ਲੋਕਾਂ ਨੂੰ ਸ਼ਰਾਬ ਨਾਲ ਰਜਾ ਕੇ ਅੱਧੇ ਇੱਕ ਪਾਗਲ ਕਰ ਦਿਓ, ਸੁੱਟ ਦਿਓ। ਵਿਆਹ ਸ਼ਾਦੀਆਂ ਇਸ ਤਰ੍ਹਾਂ ਕਰੋ ਤੇ ਲੋਕ ਕਹਿੰਦੇ ਨੇ ਬਈ ਕਮਾਲ ਕਰ ਦਿੱਤੀ ਹੈ ਬੰਦੇ ਨੇ। ਸਾਦਾ ਵਿਆਹ ਕਰਨ ਲੋਕ ਕਹਿਣਗੇ ਲੈ ਦੱਸਿਆ ਹੀ ਨਹੀਂ, ਗਰੀਬੀ ਆ ਗਈ ਹੈ। 100 ਗੱਲਾਂ ਕਰਨਗੇ ਵੀ ਗਰੀਬੀ ਆ ਗਈ ਹੈ, ਨਹੀਂ ਕਾਹਦੇ ਲਈ ਕਮਾਇਆ ਜੇ ਖਰਚਣਾ ਨਹੀਂ ਸੀ। ਤੇ ਇਹ ਅਵਸਥਾ ਹੈ, ਲੋਕ ਲਾਜ ਪੱਲੇ ਬੱਝੀ ਹੋਈ, ਲੋਕ ਕੀ ਕਹਿਣਗੇ। ਇਸ ਕਰਕੇ ਬੰਦਾ ਪੈਰ ਹੀ ਨਹੀਂ ਪੁੱਟਦਾ ਚੰਗੇ ਪਾਸੇ। ਭਗਤ ਕਬੀਰ ਸਾਹਿਬ ਜੀ ਨੇ ਆਖਿਆ ਕਹਿਤ ਕਬੀਰ ਸੁਨੋ ਰੇ ਲੋਈ, ਹੇ ਲੁਕਾਈ, ਹੇ ਦੁਨੀਆ, ਹੇ ਲੋਕੋ ਮੇਰੀ ਗੱਲ ਸੁਣੋ, ਅਬ ਤੁਮਰੀ ਪ੍ਰਤੀਤ ਨਾ ਹੋਈ। ਹੁਣ ਤੇਰੇ ਤੇ ਟੇਕ ਰੱਖ ਕੇ ਨਹੀਂ ਚੱਲਦਾ, ਹੁਣ ਤਾਂ ਮੈਂ ਗੁਰੂ ਦੀ ਸੰਗਤ ਚ ਸੋਚਦਾ ਵੀ ਕੀ ਸਹੀ ਹੈ ਕੀ ਗਲਤ ਹੈ। ਜੋ ਸਹੀ ਉਹਨ ਮੰਨ ਲਿਆ, ਜੋ ਗਲਤ ਉਹ ਛੱਡ ਦਿੱਤਾ। ਤੂੰ ਭਾਵੇਂ ਗੁੱਸੇ ਹੋਵੇਂ ਤੇ ਭਾਵੇਂ ਰਾਜੀ ਰਵੇਂ, ਲਾਜ ਛੱਡ ਦਿੱਤੀ। ਗੁਰੂ ਮਹਾਰਾਜ ਆਖਦੇ ਨੇ ਸਾਸ ਦੀਵਾਨੀ ਬਾਵਰੀ ਸਿਰ ਤੇ ਸ਼ੰਕ ਟਲੀ, ਮਾਇਆ ਰੂਪੀ ਸੱਚ ਜਿਹੜੀ ਰੱਬ ਅਕਾਲ ਪੁਰਖ ਨਾਲ ਮਿਲਾਪ ਨਹੀਂ ਸੀ ਹੋਣ ਦਿੰਦੀ, ਸਚਿਆਰਾ ਜੀਵਨ ਨਹੀਂ ਸੀ ਬਣ ਦਿੰਦੀ, ਉਹ ਮਾੜਾ ਸੁਭਾਅ ਜਿਹੜਾ ਸੀ ਨਾ, ਮਾਇਆ ਵਾਲਾ ਸੁਭਾਅ, ਬੌਰਿਆਂ ਤੇ ਦੀਵਾਨਿਆਂ ਜਿਹਨੇ ਪਾਗਲ ਕੀਤਾ ਹੋਇਆ ਸੀ, ਮੈਨੂੰ ਝੱਲਿਆਂ ਬਣਾਇਆ ਹੋਇਆ ਸੀ, ਸਿਰ ਤੇ ਸ਼ੰਕ ਟਲੀ, ਉਹਦੇ ਨੁਕਸਾਨ ਕਰਨ ਦਾ ਸ਼ੰਕਾ ਵੀ ਸਿਰ ਤੋਂ ਟਲ ਗਿਆ। ਭਾਵ ਇਹ ਬਲਾ ਵੀ ਮੇਰਾ ਖਹਿੜਾ ਛੱਡ ਗਈ। ਪ੍ਰੇਮ ਬੁਲਾਈ ਰਲੀ ਸਿਉ ਮਨ ਮਹਿ ਸ਼ਬਦ ਆਨੰਦ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਹੁਣ ਬੜੇ ਪ੍ਰੇਮ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬੁਲਾਇਆ, ਭਾਵ ਬੜੇ ਪ੍ਰੇਮ ਨਾਲ ਉਹਦੇ ਨਾਲ ਮੇਰੀ ਸਾਂਝ ਬਣ ਗਈ। ਬੁਲਾਉਣ ਦਾ ਅਰਥ, ਨਾ ਬੁਲਾਉਣ ਦਾ ਅਰਥ ਹੈ ਵੀ ਬੋਲ ਚਾਲ ਬੰਦ ਹੋ ਜਾਣੀ, ਸਾਂਝ ਟੁੱਟ ਜਾਣੀ, ਤੇ ਬੁਲਾਉਣ ਦਾ ਅਰਥ ਹੈ ਸਾਂਝ ਬਣ ਜਾਣੀ। ਇਹ ਸਾਡੇ ਕਲਚਰਲ ਸੱਭਿਅਤਾ ਦੇ, ਸਾਡੀ ਭਾਸ਼ਾ ਦੇ ਜੋ ਸ਼ਬਦ ਨੇ ਆਮ ਬੋਲ ਚਾਲ ਦੇ, ਉਹ ਵਰਤੇ ਨੇ ਗੁਰੂ ਸਾਹਿਬ ਨੇ ਬਾਣੀ 'ਚ। ਮਹਾਰਾਜ ਕਹਿੰਦੇ ਨੇ ਪ੍ਰੇਮ ਵਿੱਚ ਪਿਆਰ ਨਾਲ ਬੁਲਾਈ ਰਲੀ ਸਿਉ, ਆਪਣੇ ਨਾਲ ਮਿਲਾਉਣ ਵਾਸਤੇ ਵਾਹਿਗੁਰੂ ਨੇ ਸੱਦਾ ਦੇ ਲਿਆ, ਭਾਵ ਉਹਦੇ ਗੁਣ ਜੀਵਨ ਵਿੱਚ ਵਸ ਗਏ, ਉਹਦੇ ਨਾਲ ਸਾਂਝ ਬਣ ਗਈ। ਮਨ ਮੈਂ ਸ਼ਬਦ ਆਨੰਦ, ਗੁਰੂ ਦੇ ਉਪਦੇਸ਼ ਨਾਲ ਉਹਨੂੰ ਮਨ ਵਿੱਚ ਆਨੰਦ ਹੀ ਆਨੰਦ, ਖੁਸ਼ੀ ਹੀ ਖੁਸ਼ੀ ਬਣੀ ਹੋਈ ਹੈ, ਚੜ੍ਹਦੀ ਕਲਾ ਦੀ ਭਾਵਨਾ ਮਨ ਵਿੱਚ ਹੈ, ਮਨ ਦੀ ਤਸੱਲੀ ਹੋ ਗਈ, ਮਨ ਸ਼ਾਂਤ ਹੈ, ਮਨ ਵਿੱਚ ਟਿਕਾਓ ਹੈ, ਖੇੜਾ ਹੈ। ਸਤਿਗੁਰੂ ਆਖਦੇ ਨੇ ਲਾਲ ਰੱਤੀ, ਰੱਤੀ ਦਾ ਅਰਥ ਹੈ ਰੰਗੇ ਜਾਣਾ।
ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਹੁਣ ਇਹ ਜ਼ਿੰਦਗੀ ਰਤੀ ਗਈ, ਰੰਗੀ ਗਈ। ਉਹਦਾ ਪਿਆਰ ਹੁਣ ਮਨ ਵਿੱਚ ਵਸਿਆ ਹੋਇਆ। ਹੁਣ ਉਹਦੇ ਨਾਮ ਦਾ, ਉਹਦੇ ਗੁਣਾਂ ਦਾ, ਉਹਦੇ ਪਿਆਰ ਦਾ ਰੰਗ ਜੀਵਨ ਉੱਤੇ ਪ੍ਰਭਾਵ, ਰਤੀ ਦਾ ਅਰਥ ਹੁੰਦਾ ਉਹਦਾ ਪ੍ਰਭਾਵ ਪੈ ਜਾਣਾ। ਜੀਵਨ ਨੇ ਪ੍ਰਭਾਵ ਕਬੂਲ ਕਰ ਲੈਣਾ। ਲਾਲ ਰਤੀ ਲਾਲੀ ਭਈ, ਚਿਹਰੇ ਤੇ ਲਾਲੀ ਆ ਜਾਣੀ। ਭਾਵ ਇਹ ਹੈ ਪ੍ਰਭਾਵ ਜਿਹੜਾ ਮਨ ਉੱਤੇ ਉਹਦੇ ਗੁਣਾਂ ਦਾ ਪਿਆ ਹੈ, ਉਸ ਦਾ ਰਿਐਕਸ਼ਨ ਹੋਣਾ ਜੀਵਨ ਦੇ ਅੰਦਰ। ਰੱਬ ਨਾਲ ਪਿਆਰ ਕਰਨ ਦਾ ਮਤਲਬ ਇਹ ਨਹੀਂ ਵੀ ਮਨ ਅੰਦਰ ਇਹ ਗੱਲ ਸੋਚ ਲੈਣੀ ਵੀ ਮੈਂ ਤਾਂ ਰੱਬ ਨਾਲ ਪਿਆਰ ਪਾ ਲਿਆ, ਰੱਬ ਤਾਂ ਮੇਰਾ ਆਪਣਾ ਹੈ। ਉਹਦਾ ਰਿਐਕਸ਼ਨ ਵੀ ਹੁੰਦਾ ਹੈ ਜੀਵਨ ਦੇ ਅੰਦਰ। ਬੰਦੇ ਦੇ ਕੰਮ ਸ਼ੁਭ ਹੋ ਜਾਂਦੇ ਨੇ, ਕਰਤੂਤ ਚੰਗੀ ਬਣ ਜਾਂਦੀ ਏ, ਵਿਹਾਰ ਦੇ ਵਿੱਚ ਗੁਣ ਆ ਜਾਂਦੇ ਨੇ, ਸੁਭਾਅ ਦੇ ਵਿੱਚ ਸੱਚ ਆ ਜਾਂਦਾ ਹੈ। ਇਹ ਕੁਝ ਨਿਸ਼ਾਨੀਆਂ ਨੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੀਆਂ ਬਿਆਨ ਕੀਤੀਆਂ ਨੇ, ਧਰਮੀ ਹੋਣ ਦੀਆਂ, ਸਚਿਆਰੇ ਹੋਣ ਦੀਆਂ, ਰੱਬ ਵਾਲੇ ਹੋਣ ਦੀਆਂ। ਸੋ ਗੁਰੂ ਸਾਹਿਬ ਕਹਿੰਦੇ ਲਾਲ ਰੱਤੀ ਲਾਲੀ ਭਈ, ਜੀਵਨ ਸੋਹਣਾ ਬਣ ਗਿਆ, ਚਿਹਰੇ ਤੇ ਲਾਲੀ ਪੱਕ ਗਈ। ਭਾਵ ਉਦਾਸੀ ਖਹਿੜਾ ਛੱਡ ਗਈ। ਢਹਿੰਦੀ ਕਲਾ ਦਾ ਭਾਵ ਮਨ ਵਿੱਚ ਨਹੀਂ ਆਉਂਦਾ, ਸਦਾ ਚੜ੍ਹਦੀ ਕਲਾ ਰਹਿੰਦੀ ਏ, ਖਿੜਿਆ ਜੀਵਨ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ ਗੁਰਮੁਖ ਭਈ ਨਿਚਿੰਦ, ਗੁਰੂ ਦੇ ਰਾਹੀਂ ਹੁਣ ਅੰਦਰ ਦੀ ਚਿੰਤਾ ਖਤਮ ਹੋ ਗਈ। ਚਿੰਤਾ ਉੱਥੇ ਹੁੰਦੀ ਹੈ ਜਿੱਥੇ ਨੁਕਸਾਨ ਦੇ ਖਦਸ਼ੇ ਹੋਣ, ਡਰ ਹੋਣ। ਜਿਹਨੂੰ ਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਰਮੀ ਸਹਿਜ ਨਾ ਉਪਜੈ, ਵੇਣ ਸਹਿਜੈ ਸੰਸਾ ਨਾ ਜਾਏ। ਨਹ ਜਾਏ ਸੰਸਾ ਕਿਤੈ ਸੰਜਮ ਰਹੇ, ਕਰਮ ਕਮਾਏ। ਔਰ ਅੱਗੇ ਸ਼ਬਦ ਵਰਤਿਆ ਸਹਿਸੈ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸੰਸਾ ਇਮ ਜਾਏ। ਸੰਸਾ ਦਾ ਅਰਥ ਹੈ ਸਹਿਮ, ਅੰਦਰ ਡਰ ਬਹਿ ਜਾਣਾ, ਡਬੱਕਾ ਬਹਿ ਜਾਣਾ, ਅੰਦਰ ਇੱਕ ਚਿੰਤਾ ਨੇ ਜਨਮ ਲੈ ਲੈਣਾ। ਗੁਰੂ ਸਾਹਿਬ ਆਖਦੇ ਨੇ ਉਹ ਜਿਹੜਾ ਫਿਕਰ ਅੰਦਰ ਸੀ ਨਾ ਵੀ ਜੀਵਨ ਦਾ ਕੀ ਬਣੇਗਾ, ਉਹ ਜਿਹੜੀ ਚਿੰਤਾ ਅੰਦਰ ਸੀ ਵੀ ਜ਼ਿੰਦਗੀ ਦਾ ਕੀ ਹਾਲ ਹੋਏਗਾ, ਭਵਿੱਖ ਕੀ ਹੋਏਗਾ, ਗੁਰੂ ਨੇ ਕਿਰਪਾ ਕੀਤੀ, ਉਹ ਚਿੰਤਾ ਦਾ ਰੋਗ ਦਿਲੋਂ ਲੈ ਗਿਆ। ਸਹਿਮ ਮੁੱਕ ਗਿਆ ਜੀਵਨ ਦਾ, ਤੌਖਲਾ ਦੂਰ ਹੋ ਗਿਆ। ਉਹ ਤੌਖਲਾ, ਸਹਿਮ, ਚਿੰਤਾ, ਝੋਰਾ, ਇਹ ਜੀਵਨ ਦੀਆਂ ਜਿਹੜੀਆਂ ਵੱਡਾ ਨੁਕਸਾਨ ਕਰਨ ਵਾਲੀਆਂ ਬਿਮਾਰੀਆਂ ਸਨ, ਮਨ ਨੂੰ ਲੱਗਣ ਵਾਲੇ ਰੋਗ ਇਹਨੂੰ ਕਹਿੰਦੇ ਨੇ ਮਨੋਵਿਗਿਆਨੀ। ਚਿੰਤਾ ਮਨ ਦਾ ਰੋਗ ਹੈ। ਡਿਪਰੈਸ਼ਨ, ਤੁਸੀਂ ਕਹਿੰਦੇ ਨਾ ਇਹ ਫਲਾਨਾ ਬੰਦਾ ਡਿਪਰੈਸ਼ਨ ਵਿੱਚ ਹੈ। ਮਨੋਵਿਗਿਆਨੀਆਂ ਨੇ ਇਸ ਚੀਜ਼ ਉੱਤੇ ਵਰਕ ਕੀਤਾ, ਕੰਮ ਕੀਤਾ ਵੀ ਡਿਪਰੈਸ਼ਨ ਜਿਹੜਾ ਹੈ, ਤਣਾਵ ਜਿਹਨੂੰ ਅਸੀਂ ਕਹਿੰਦੇ ਮਾਨਸਿਕ ਤਣਾਵ, ਮਾਨਸਿਕ ਤੌਰ ਦੇ ਉੱਤੇ ਬੰਦਾ ਸੰਕੀਰਣ ਹੋ ਗਿਆ। ਕਿਉਂ ਭਲਾ? ਕਿਉਂਕਿ ਮਨ ਅੰਦਰ ਕੁਝ ਐਸੇ ਖਿਆਲ ਆਏ ਨੇ, ਉਹਨਾਂ ਖਿਆਲਾਂ ਨੂੰ ਫੜ ਕੇ ਬੈਠਾ ਹੈ। ਦਿਨ ਰਾਤ ਉਹਨਾਂ ਉਲਟੇ ਖਿਆਲਾਂ ਉੱਤੇ, ਬਿਮਾਰ ਕਰ ਦੇਣ ਵਾਲੇ ਵਿਚਾਰਾਂ ਦੇ ਉੱਤੇ ਪ੍ਰੋਸੈਸ ਕਰੀ ਜਾਂਦਾ ਹੈ। ਲਗਾਤਾਰ ਉਹਦਾ ਅਭਿਆਸ ਹੋਈ ਜਾਂਦਾ ਹੈ ਅੰਦਰੇ ਅੰਦਰ, ਔਰ ਬਿਮਾਰੀ ਪੈਦਾ ਹੋ ਗਈ। ਬਿਮਾਰੀ ਜਿਵੇਂ ਕੋਈ ਚੀਜ਼ ਮਾੜੀ ਹੋਵੇ ਸਿਹਤ ਲਈ ਤੇ ਉਹਨੂੰ ਬੰਦਾ ਬਾਰ-ਬਾਰ ਖਾਈ ਜਾਵੇ ਤੇ ਸਿਹਤ ਡਾਊਨ ਹੀ ਹੋਏਗੀ ਨਾ, ਬਿਮਾਰ ਹੀ ਹੋਏਗਾ ਸਰੀਰ। ਇਸੇ ਤਰ੍ਹਾਂ ਜੋ ਮਨ ਨੂੰ ਬਿਮਾਰ ਕਰਨ ਵਾਲੀਆਂ ਚੀਜ਼ਾਂ ਉਹਨਾਂ ਨੂੰ ਫੜ ਕੇ ਬੈਠਾ ਹੋਇਆ, ਬਾਰ-ਬਾਰ ਮਨ ਦਾ ਉਹਨਾਂ ਨਾਲ ਸੰਬੰਧ ਬਣੀ ਜਾਂਦਾ ਹੈ। ਬੰਦਾ ਮਾਨਸਿਕ ਤੌਰ ਤੇ ਹੀਣਾ ਹੋਈ ਜਾਂਦਾ ਹੈ, ਬਿਮਾਰ ਹੋਈ ਜਾਂਦਾ ਹੈ, ਰੋਗੀ ਹੋਈ ਜਾਂਦਾ ਹੈ, ਦੁਖੀ ਹੋਈ ਜਾਂਦਾ ਹੈ। ਇੱਥੋਂ ਹੀ ਬਿਮਾਰੀ ਜਨਮ ਲੈਂਦੀ, ਮਾਨਸਿਕ ਤਣਾਵ, ਡਿਪਰੈਸ਼ਨ। ਗੁਰੂ ਸਾਹਿਬ ਕਹਿੰਦੇ ਨੇ ਉਹ ਚਿੰਤਾ ਜਿਹੜੀ ਮਨ ਦਾ ਰੋਗ ਹੈ, ਉਹ ਚਿੰਤਾ ਦਾ ਰੋਗ ਜਿਹੜਾ ਹੈ ਗੁਰੂ ਨੇ ਕਿਰਪਾ ਕਰਕੇ ਅੰਦਰੋਂ ਮਿਟਾ ਦਿੱਤਾ ਆਪਣੇ ਉਪਦੇਸ਼ ਨਾਲ, ਆਪਣੀ ਮੱਤ ਨਾਲ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਤਿਗੁਰੂ ਦਾ ਇਹ ਮੁਬਾਰਕ ਉਪਦੇਸ਼ ਅਸੀਂ ਆਪਣੇ ਜੀਵਨ ਅੰਦਰ ਕਮਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ